कृष्ण मनाओ बहोरी। तेग बहादुर परम कृपाला जी परम कृपाला। श्री गुरु गोबिंद सिंह विशाला। तारों तारा पर पुन पुन सीसा वाहिगुरु पुन पुन सीसा। बंदों बार बार जगदीसा। एक ओंकारा सतगुरु तेह प्रसाद सच होए। वाहिगुरु जी की फतेह है विघ्न विनाशन सोए। कहाँ बुद्ध प्रभ तुच्छ हमारी वर्ण सकै महिमा जो तिहारी। हम ना सकत कर सिफत तुम्हारी आप लिहो तुम कथा सुधारी। हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी तोहरा। श्री गुरु ज्येष्ठ पुत्र ने कर मत सर मन माहे। निज सम करबे अनुज कहा कही शाह के पाहे। वाहिगुरु जी का खालसा वाहिगुरु जी की फतेह। परम सन्मान जो गुरु खालसा साध संगत जी, आप जी अत्यंत वਡਭਾਗੇ हो जो गरीब नवाज सतगुਰਾਂ ਦੀ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਆਰਤੀ ਆਰਦੇ ਦੇ ਕੀਰਤਨ ਸਰਵਣ ਕੀਤੇ ਹਨ। ਆਓ ਆਪਣੀਆਂ ਮਨ ਬਿਰਤੀਆਂ ਸਤਿਗੁਰੂ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਜੋੜੀਏ। ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਸਤਿਗੁਰਾਂ ਦੀ ਮਹਿਮਾ ਜਦੋਂ ਸਾਰੇ ਸੰਸਾਰ ਵਿੱਚ ਪਸਰ ਗਈ ਤਾਂ ਬਾਬਾ ਰਾਮ ਰਾਏ ਜੀ ਨੂੰ ਇਹਦੇ ਨਾਲ ਬੜੀ ਈਰਖਾ ਹੋਈ ਕਿ ਮੇਰਾ ਛੋਟਾ ਭਾਈ ਗੱਦੀ ਦਾ ਮਾਲਕ ਬਣ ਗਿਆ ਹੈ ਤੇ ਮੈਨੂੰ ਪਿਤਾ ਜੀ ਨੇ ਘਰ ਤੋਂ ਬੇਦਖਲ ਕਰ ਦਿੱਤਾ ਹੈ। ਸੋ ਭਾਵੇਂ ਬਾਬਾ ਰਾਮ ਰਾਏ ਜੀ ਬਹੁਤ ਵੱਡੇ ਰਾਜ ਸਮਾਜ ਦੇ ਮਾਲਕ ਸਨ ਪਰ ਗੁਰਤਾ ਗੱਦੀ ਨਾ ਮਿਲਣ ਕਰਕੇ ਦੁਖੀ ਸਨ। ਇਸ ਕਰਕੇ ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰੇ ਹਨ ਕਿ ਮੇਰਾ ਛੋਟਾ ਭਾਈ ਮੇਰੇ ਤੋਂ ਵੱਧ ਕੇ ਕਰਾਮਾਤੀ ਹੈ। ਤੁਸੀਂ ਉਸ ਨੂੰ ਦਿੱਲੀ ਸੱਦੋ, ਉਹਦੀਆਂ ਕਰਾਮਾਤਾਂ ਸ਼ਕਤੀਆਂ ਦੇਖੋ। ਬਾਦਸ਼ਾਹ ਦੇ ਕੰਨ ਇਸ ਤਰ੍ਹਾਂ ਭਰ ਦਿੱਤੇ ਈਰਖਾ ਦੇ ਨਾਲ ਵੀ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆਉਣਗੇ ਤਾਂ ਫਿਰ ਲੋਕ ਜਿਹੜੇ ਮੇਰੇ ਤੇ ਇਤਰਾਜ਼ ਕਰਦੇ ਆ ਵੀ ਮੈਂ ਬਾਦਸ਼ਾਹ ਦੇ ਨਾਲ ਰਹਿੰਦਾ ਹਾਂ, ਉਹੀ ਸ਼ਰਧਾ ਜਿਹੜੀ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਰੱਖਦੇ ਨੇ ਉਹਨਾਂ ਦੀ ਘਟ ਜਾਵੇਗੀ ਤੇ ਮੇਰੇ ਪ੍ਰਤੀ ਜੋ ਉਹਨਾਂ ਦੇ ਮਨ ਵਿੱਚ ਸ਼ੰਕਾ ਹੈ ਉਹ ਬਰਾਬਰ ਜਿਹਾ ਹੋ ਜਾਏਗਾ। ਇਸ ਤਰ੍ਹਾਂ ਬਾਬੇ ਰਾਮ ਰਾਏ ਨੇ ਮਾੜੀ ਸੋਚ ਸੋਚੀ ਹੈ। ਆਓ ਇਹ ਕਥਾ ਅੱਗੇ ਆਪਾਂ ਸਰਵਣ ਕਰੀਏ, ਪ੍ਰੇਮ ਦੇ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। श्री गुरु ज्येष्ठ पुत्र ने ਮਹਾਰਾਜ ਦੇ ਵੱਡੇ ਪੁੱਤਰ ਬਾਬਾ ਰਾਮ ਰਾਏ ਨੇ कर मत सर मन माहे। ਮਨ ਦੇ ਵਿੱਚ ਈਰਖਾ ਕਰ ਲਈ ਆਪਣੇ ਛੋਟੇ ਭਰਾਤਾ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਾਲ। निज सम करबे अनुज कहा ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਵੀ ਆਪਣੇ ਵਰਗਾ ਬਣਾਉਣ ਵਾਸਤੇ ਭਾਵ ਜਿਹੜਾ ਇਤਰਾਜ਼ ਮੇਰੇ ਤੇ ਲੋਕ ਕਰਦੇ ਨੇ ਕਿ ਬਾਦਸ਼ਾਹ ਦੇ ਕੋਲ ਦਿੱਲੀ ਰਾਮ ਰਾਏ ਰਹਿੰਦਾ ਹੈ, ਉਹੀ ਇਤਰਾਜ਼ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਵੀ ਕਰਿਆ ਕਰਨਗੇ ਜੇ ਦਿੱਲੀ ਗੁਰੂ ਸਾਹਿਬ ਜੀ ਆ ਗਏ ਤਾਂ। कही शाह के पाहे ਬਾਦਸ਼ਾਹ ਦੇ ਕੰਨ ਭਰਨ ਵਾਸਤੇ ਔਰੰਗਜ਼ੇਬ ਬਾਦਸ਼ਾਹ ਨੂੰ ਇਸ ਤਰ੍ਹਾਂ ਬਾਬੇ ਰਾਮ ਰਾਏ ਨੇ ਮਨਾ ਲਿਆ। चौपई सुन नौ रंग ने हृदय बेचारा। ਤੇ ਔਰੰਗਜ਼ੇਬ ਨੇ ਗੱਲਾਂ ਸੁਣ ਕੇ ਆਪਣੇ ਮਨ 'ਚ ਕਿਉਂ ਵਿਚਾਰ ਕੀਤੀ इन मत सर कर बाग उचारा। ਕਿ ਬਾਬੇ ਰਾਮ ਰਾਏ ਨੇ ਆਪਣੇ ਛੋਟੇ ਭਰਾ ਨਾਲ ਈਰਖਾ ਕੀਤੀ ਹੈ। ਇਸ ਗੱਲ ਦਾ ਬਾਦਸ਼ਾਹ ਨੂੰ ਵੀ ਪਤਾ ਲੱਗ ਗਿਆ। ਅਸੀਂ ਜਦੋਂ ਕੋਈ ਗੱਲ ਈਰਖਾ ਨਾਲ ਦਵੈਸ਼ ਨਾਲ ਕਰਦੇ ਆਂ ਤੇ ਅਗਲਾ ਬੰਦਾ ਸਮਝਦਾਰ ਦਾ ਹੁੰਦਾ ਹੀ, ਉਹ ਸਮਝ ਹੀ ਜਾਂਦਾ ਵੀ ਇਹ ਗੱਲ ਕਿਹੜੇ ਪੱਖ ਤੋਂ ਕਰ ਰਿਹਾ ਹੈ। ਸੋ ਔਰੰਗਜ਼ੇਬ ਸਮਝ ਗਿਆ ਕਿ ਰਾਮ ਰਾਏ ਨੇ
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੇ ਛੋਟੇ ਭਰਾ ਨਾਲ ਈਰਖਾ ਕਰਕੇ ਇਹ ਬਚਨ ਆਖੇ ਹਨ। ਆਰਥ ਲਹ ਅਲਪਤਿਨ ਹੋਗੀ। ਕਿਉਂਕਿ ਉਹਨਾਂ ਦੀ ਉਮਰ ਅਜੇ ਬਹੁਤ ਛੋਟੀ ਹੈ, ਇਸ ਕਰਕੇ ਉਹਨਾਂ ਨੂੰ ਖੇਚਲ ਦੇਣ ਦੀ ਇਹ ਕੋਸ਼ਿਸ਼ ਕਰ ਰਹੇ ਨੇ ਰਾਮ ਰਾਏ ਜੀ। ਰਹਿਨ ਮਾਤ ਟਿਗ ਬੈਸ ਜਿਨ ਹੋਗੀ। 5 ਸਾਲ ਦੀ 5.5 ਸਾਲ ਦੀ ਉਮਰ ਦੇ ਬੱਚੇ ਹਨ, ਉਹਨਾਂ ਦਾ ਤਾਂ ਇਹ ਸਮਾਂ ਆਪਣੀ ਮਾਤਾ ਦੀ ਗੋਦ ਵਿੱਚ ਖੇਡਣ ਦਾ ਹੈ। ਕਿਵ ਆਵਹ ਹਮ ਕਰਹ ਕਾਰਨ। ਅਸੀਂ ਦਿੱਲੀ ਬੁਲਾਵਾਂਗੇ ਤਾਂ ਦਿੱਲੀ ਕਿਵੇਂ ਆਉਣਗੇ? ਇੰਨੀ ਛੋਟੀ ਉਮਰ ਦੇ ਹਨ, ਜੇ ਦਿੱਲੀ ਆਉਣਗੇ ਤੇ ਉਹਨਾਂ ਨੂੰ ਵੀ ਖੇਚਲ ਹੋਵੇਗੀ ਤੇ ਉਹਨਾਂ ਦੇ ਮਾਤਾ ਜੀ ਵੀ ਨਾਲ ਆਉਣਗੇ, ਸਾਰੇ ਪਰਿਵਾਰ ਨੂੰ ਦਿੱਕਤ ਆਵੇਗੀ। ਨਹ ਨਿਕਸਿਓ ਕਰਤੇ ਕਿਸ ਕਾਰਨ। ਕਿਉਂਕਿ ਅਜੇ ਉਮਰ ਬਹੁਤ ਛੋਟੀ ਹੈ, 5.5 ਸਾਲ ਦੇ ਹਨ ਗੁਰੂ ਜੀ, ਇਸ ਕਰਕੇ ਘਰੋਂ ਨਿਕਲੇ ਹੀ ਨਹੀਂ ਕਦੀ, ਕੱਲੇ ਕਿੱਥੇ ਆਉਣਗੇ ਦਿੱਲੀ ਦੇ ਵਿੱਚ। ਪ੍ਰਾਤ ਭਨੇ ਮਹਿ ਅਦਗ ਸ਼ਰੀਕਾ। ਤੇ ਇਹ ਜਿਹੜੇ ਬਾਬਾ ਰਾਮ ਰਾਏ ਜੀ ਹਨ, ਇਹ ਭਰਾ ਆਪਣੇ ਦਾ ਸ਼ਰੀਕਾ ਨਿਭਾ ਰਹੇ ਹਨ। ਇਹ ਸ਼ਰੀਕੇ ਦੇ ਨਾਲ ਇਦਾਂ ਕਰ ਰਹੇ ਨੇ, ਗੁਰੂ ਸਾਹਿਬ ਜੀ ਨੂੰ ਦਿੱਲੀ ਸਦਣਾ ਚਾਹੁੰਦੇ ਨੇ। ਕਰਹ ਦਵਾਸ਼ ਨਹ ਚਾਹਹ ਨੀਕਾ। ਕਹਿੰਦੇ ਈਰਖਾ ਕਰਦੇ ਆ, ਦਵੈਸ਼ ਕਰਦੇ ਆ ਤੇ ਗੁਰੂ ਘਰ ਦਾ ਇਹ ਭਲਾ ਨਹੀਂ ਚਾਹੁੰਦੇ। ਜਿਮ ਹੋਇਓ ਹੈ ਸਦਨ ਹਮਾਰੇ। ਬਾਦਸ਼ਾਹ ਔਰੰਗਜ਼ੇਬ ਸੋਚਦਾ ਜਿਵੇਂ ਮੇਰੇ ਭਰਾਵਾਂ 'ਚ ਝਗੜਾ ਹੋਇਆ ਸੀ ਗੱਦੀ ਵਾਸਤੇ, ਮੈਂ ਵੀ ਆਪਣੇ 3 ਭਰਾ ਮਾਰ ਕੇ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਹਾਂ। ਰਾਜ ਕਰਿਓ ਨਿਜ ਪ੍ਰਾਤਨ ਮਾਰੇ। ਆਪਣੇ ਭਰਾਵਾਂ ਨੂੰ ਮਾਰ ਕੇ ਮੈਂ ਦਿੱਲੀ ਦਾ ਬਾਦਸ਼ਾਹ ਬਣਿਆ, ਤਖਤ ਦਾ ਮਾਲਕ ਬਣਿਆ ਹਾਂ। ਤਿਮ ਸਕਰੇ ਜਗ ਮੈਂ ਬਰਤਾਰਾ। ਇਸ ਤਰ੍ਹਾਂ ਇਹ ਸਾਰੀ ਦੁਨੀਆ ਵਿੱਚ ਹੈ ਤੇ ਗੁਰੂ ਕੇ ਪੁੱਤਰਾਂ ਵਿੱਚ ਵੀ ਇਹ ਈਰਖਾਬਾਜੀ ਮੌਜੂਦ ਹੈ। ਹੋਤ ਸ਼ਰੀਕੇ ਮਹਿ ਦੁਖ ਭਾਰਾ। ਤੇ ਸ਼ਰੀਕੇ 'ਚ ਵੱਡਾ ਭਾਰੀ ਦੁੱਖ ਹੋ ਰਿਹਾ ਹੈ। ਤੈਸੀ ਰੀਤ ਇਨ ਹੋ ਮਹਿ ਭਾਈ। ਸੋ ਇਸ ਤਰ੍ਹਾਂ ਦੀ ਇਹ ਰੀਤ ਜਿਹੜੀ ਹੈ ਗੁਰੂ ਘਰ ਦੇ ਵਿੱਚ ਵੀ ਹੋ ਗਈ ਹੈ ਵੀ ਦੋਵੇਂ ਭਰਾ ਇੱਕ ਦੂਜੀ ਦੀ ਕਾਟ ਕਰ ਰਹੇ ਨੇ। ਭਾਵ ਛੋਟਾ ਗੱਦੀ ਦਾ ਮਾਲਕ ਬਣ ਗਿਆ ਹੈ ਤੇ ਵੱਡਾ ਉਸ ਨੂੰ ਨੀਵਾਂ ਦਿਖਾਣਾ ਚਾਹੁੰਦਾ ਹੈ। ਮਮ ਸਭ ਲਗਨੇ ਗਾਦੀ ਲਈ। ਇਹ ਬਾਬਾ ਰਾਮ ਰਾਏ ਦੇ ਮਨ 'ਚ ਜੈਲਸ ਹੋ ਰਹੀ ਹੈ ਕਿ ਮੈਂ ਵੱਡਾ ਆ ਤੇ ਛੋਟਾ ਭਰਾ ਗੱਦੀ ਲੈ ਗਿਆ ਹੈ। ਤਿੰਨ ਪਠ ਦੂਤ ਹਕਾਰੋ ਜਬ। ਕਹਿੰਦੇ ਜਦੋਂ ਉਹਨਾਂ ਨੂੰ ਦਿੱਲੀ ਸੱਦਾਂਗੇ ਦੂਤ ਭੇਜ ਕੇ, ਇਸ ਕਰ ਸਰਾਪ ਨ ਕੁਛ ਕਹਿ ਤਬ। ਕਿਤੇ ਉਹ ਕੋਈ ਸਰਾਪ ਨਾ ਦੇ ਦੇਣ, ਕਿਉਂਕਿ ਗੱਦੀ ਉਹ ਵੀ ਬੜੀ ਵੱਡੀ ਹੈ, ਗੁਰੂ ਨਾਨਕ ਦੀ ਗੱਦੀ ਹੈ, ਉਹਨਾਂ ਦੇ ਰਸਨਾ ਦੇ ਬੋਲ ਪੂਰੇ ਹੁੰਦੇ ਹਨ। ਪ੍ਰਥਮ ਹਕਾਰੇ ਇਹ ਚਲ ਆਇਆ ਹੋ। ਪਹਿਲਾਂ ਬੁਲਾਇਆ ਸੀ ਤੇ ਰਾਮ ਰਾਏ ਆ ਗਿਆ ਸੀ ਸਾਡੇ ਕੋਲ। ਅਜ਼ਮਤ ਜਤ ਕਰ ਇਤਹ ਪਠਾਇਆ ਹੋ। ਇਹ ਆਪਣੀਆਂ ਕਰਾਮਾਤਾਂ ਸ਼ਕਤੀਆਂ ਦੇ ਨਾਲ ਆਇਆ ਸੀ, ਪਿਤਾ ਜੀ ਨੇ ਭੇਜਿਆ ਸੀ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ 7ਵੇਂ ਪਾਤਸ਼ਾਹ ਨੇ ਜੋ ਹਮ ਚਾਹਤ ਸਕਲ ਕਰਵਾਇਆ ਹੋ। ਜੋ ਅਸੀਂ ਚਾਹੁੰਦੇ ਸੀ ਕਰਾਮਾਤਾਂ ਦੇ ਜ਼ੋਰ ਨਾਲ ਇਹਨੇ ਕਰਕੇ ਵਿਖਾ ਦਿੱਤਾ ਹੈ। ਬਾਬੇ ਰਾਮ ਰਾਏ ਕੋਲ ਬੜੀ ਕਰਾਮਾਤ ਹੈ, ਬੜੀ ਸ਼ਕਤੀ ਹੈ। ਸਰਬ ਰੀਤ ਨੀਕੇ ਪਤਿਆਇਆ ਹੋ। ਤੇ ਚੰਗੀ ਤਰ੍ਹਾਂ ਇਹਦਾ ਪਤਿਆਵਾ ਲਿਆ ਹੈ। ਹਰ ਜਗ੍ਹਾ ਤੇ ਬਾਬਾ ਰਾਮ ਰਾਏ ਪਾਸ ਹੋਏ ਨੇ। ਕਰਾਮਾਤਾਂ ਸ਼ਕਤੀਆਂ ਵਿੱਚ ਇਹਨਾਂ ਦਾ ਕੋਈ ਸਾਨੀ ਨਹੀਂ ਹੈ। ਅਬ ਜੇ ਕਰ ਕਰ ਜ਼ੋਰ ਹਕਾਰ ਹੈ। ਜੇ ਮੈਂ ਹੁਣ ਜ਼ਬਰਦਸਤੀ ਕਰਕੇ ਜ਼ੋਰ ਕਰਕੇ 8ਵੇਂ ਪਾਤਸ਼ਾਹ ਨੂੰ ਦਿੱਲੀ ਸੱਦਾਂਗਾ, ਸ਼ਾਹ ਦਵਾਸ਼ ਕੋ ਠਠ ਹੈ ਵਿਚਾਰ ਹੈ। ਤੇ ਲੋਕ ਕਹਿਣਗੇ ਵੀ ਬਾਦਸ਼ਾਹ ਗੁਰੂ ਘਰ ਨਾਲ ਈਰਖਾ ਕਰਦਾ ਹੈ, ਮੇਰੀ ਬਦਨਾਮੀ ਵੀ ਹੋਵੇਗੀ। ਔਰੰਗਜ਼ੇਬ ਕਿਉਂਕਿ ਰਾਜਨੀਤਿਕ ਬੰਦਾ ਸੀਗਾ, ਰਾਜਨੀਤੀ ਬੰਦੇ ਕਈ ਪੱਖਾਂ ਤੋਂ ਸੋਚਦੇ ਆ। ਮੇਨ ਉਹਨਾਂ ਨੂੰ ਆਪਣੀ ਕੁਰਸੀ ਦਾ ਫਿਕਰ ਹੁੰਦਾ ਵੀ ਸਾਡੀ ਕੁਰਸੀ ਨਾ ਖੁੱਸ ਜਾਵੇ, ਕੋਈ ਸਮਾਜ ਦੇ ਵਿੱਚ ਸਾਡੇ ਖਿਲਾਫ ਕੋਈ ਬਗਾਵਤ ਨਾ ਹੋ ਜਾਵੇ, ਸਾਡਾ ਦਬਦਬਾ ਵੀ ਬਣਿਆ ਰਵੇ, ਸਾਡਾ ਮਾਣ ਸਤਿਕਾਰ ਵੀ ਬਣਿਆ ਰਵੇ। ਇਦਾਂ ਦੀਆਂ ਚਾਲਾਂ ਰਾਜਨੀਤਿਕ ਲੋਕ ਚੱਲਦੇ ਰਹਿੰਦੇ। ਔਰੰਗਜ਼ੇਬ ਸੋਚਦਾ ਵੀ ਕਿਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਮੈਂ ਸੱਦ ਲਵਾਂ, ਉਮਰ ਉਹਨਾਂ ਦੀ ਬਹੁਤ ਛੋਟੀ ਹੈ, ਲੋਕਾਂ ਵਿੱਚ ਚਰਚਾ ਚੱਲ ਪੈਣੀ ਹੈ, ਬਾਦਸ਼ਾਹ ਗੁਰੂ ਘਰ ਨਾਲ ਪੁਰਾਣੀਆਂ ਦੁਸ਼ਮਣੀਆਂ ਕੱਢ ਰਿਹਾ ਹੈ। ਵੱਡੋ ਭਰਾਤ ਜੇ ਪਹੁੰਚਿਓ ਪਾਸ। ਜੇ ਵੱਡਾ ਭਾਈ ਰਾਮ ਰਾਏ ਸਾਡੇ ਕੋਲ ਆ ਗਿਆ ਹੈ, ਮਮ ਅਧੀਨ ਪੁਨ ਰਹਿ ਕਿਆ ਆਸ। ਤੇ ਮੇਰੇ ਕੋਲ ਹੀ ਰਹਿੰਦਾ, ਮੇਰੇ ਅਧੀਨ ਹੀ ਰਹਿੰਦਾ, ਮੇਰੇ ਉਲਟ ਨਹੀਂ ਚੱਲਦਾ। ਜਿਹੜਾ ਕੰਮ ਮੈਂ ਰਾਮ ਰਾਏ ਨੂੰ ਕਹਿਣਾ, ਬਾਬਾ ਰਾਮ ਰਾਏ ਮੇਰਾ ਉਹ ਕੰਮ ਕਰ ਦਿੰਦਾ ਹੈ। ਆਪਣੀ ਸ਼ਕਤੀ ਕਰਾਮਾਤ ਦੇ ਨਾਲ
ਮੇਰੀਆਂ ਸਾਰੀਆਂ ਮੁਰਾਦਾਂ ਬਾਬੇ ਰਾਮ ਰਾਏ ਤੋਂ ਪੂਰੀਆਂ ਹੋਈਆਂ ਨੇ। ਇਮ ਵਿਚਾਰ ਔਰ ਨੌ ਰੰਗ ਕਹੈ। ਇਸ ਤਰ੍ਹਾਂ ਬੜੀ ਲੰਮੀ ਦੀਰਘ ਵਿਚਾਰ ਕਰਕੇ ਔਰੰਗਜ਼ੇਬ ਬੋਲਿਆ, ਕਿਆ ਕਹਿ ਬਾਤ ਬੁਲਾਵਨ ਚਾਹੈ। ਬਾਬਾ ਜੀ ਇਹ ਦੱਸੋ ਵੀ ਆਪਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਿਹੜੇ ਬਹਾਨੇ ਨਾਲ ਦਿੱਲੀ ਸੱਦੀਏ? ਕਿਉਂਕਿ ਕਿਸੇ ਨੂੰ ਬੁਲਾਉਣ ਦਾ ਕੋਈ ਨਾ ਕੋਈ ਬਹਾਨਾ ਹੁੰਦਾ ਹੈ। ਕੋਈ ਪ੍ਰੋਗਰਾਮ ਹੈ, ਸਾਡੇ ਘਰ ਆਓ, ਵਿਆਹ ਹੈ, ਤੁਸੀਂ ਸਾਡੇ ਘਰ ਆਓ, ਕੋਈ ਮਰ ਗਿਆ, ਜੰਮ ਪਿਆ, ਤਾਂ ਹੀ ਕੋਈ ਨਾ ਕੋਈ ਤਾਂ ਕੋਈ ਰਾਜਨੀਤਿਕ ਕਾਰਨ ਹੋਵੇ, ਕੋਈ ਸਮਾਜਿਕ ਕਾਰਨ ਹੋਵੇ, ਕੋਈ ਹੋਰ ਕਾਰਨ ਹੋਵੇ ਤੇ ਅਸੀਂ ਗੁਰੂ ਸਾਹਿਬ ਨੂੰ ਬੁਲਾਈਏ। ਹੁਣ ਦੱਸੋ ਉਹਨਾਂ ਨੂੰ ਬਿਨਾਂ ਮਤਲਬ ਦੇ, ਬਿਨਾਂ ਪ੍ਰਯੋਜਨ ਦੇ ਦਿੱਲੀ ਕਿਵੇਂ ਸੱਦੀਏ? ਅਜ਼ਮਤ ਹੇਰਨ ਕੇ ਰਹ ਕਾਰਨ। ਕਰਾਮਾਤਾਂ ਵੇਖਣ ਵਾਸਤੇ ਜੇ ਸੱਦਦੇ ਹਾਂ, ਸੋ ਤਮ ਕੀਨਸ ਪ੍ਰਥਮ ਦਿਖਾਰਨ। ਉਹ ਤਾਂ ਤੁਸੀਂ ਪਹਿਲਾਂ ਹੀ ਬੜੀਆਂ ਮੈਨੂੰ ਦਿਖਾ ਚੁੱਕੇ ਹੋ। ਮੈਂ ਕਰਾਮਾਤਾਂ ਦੇਖ ਦੇਖ ਕੇ ਤੁਹਾਡੀਆਂ ਬਹੁਤ ਪ੍ਰਸੰਨ ਹੋਇਆ। ਮੇਰੇ ਕੋਲ ਤੁਸੀਂ ਹਰ ਤਰ੍ਹਾਂ ਦੀ ਕਰਾਮਾਤ ਦਿਖਾਈ ਹੈ। ਇਸ ਕਰਕੇ ਮੈਂ ਹੁਣ ਇਹ ਬਹਾਨਾ ਨਹੀਂ ਕਰ ਸਕਦਾ ਕਿ ਮੈਂ ਹੋਰ ਕਰਾਮਾਤ ਵੇਖਣੀ ਗੁਰੂ ਘਰ ਦੀ। ਤੁਸੀਂ ਦਿਖਾ ਹੀ ਚੁੱਕੇ ਹੋ ਬਾਬਾ ਰਾਮ ਰਾਏ ਜੀ। ਅਬ ਨਿਸ਼ਫਲ ਹੀ ਦੂਤ ਪਠਨ ਹੈ। ਇਸ ਕੰਮ ਦੇ ਵਾਸਤੇ ਕੀਰਤਪੁਰ ਸਾਹਿਬ ਬੰਦਾ ਭੇਜਣਾ, ਦੂਤ ਭੇਜਣਾ ਨਿਸਫਲ ਹੈ। ਕਿਉਂਕਿ ਸਤਿਗੁਰੂ ਜੀ ਤਾਂ ਆ ਜਾਣਗੇ, ਪਰ ਲੋਕਾਂ ਨੇ ਕਹਿਣਾ ਵੀ ਕਰਾਮਾਤਾਂ ਦੇਖਣ ਲਈ ਆਇਆ। ਬਾਦਸ਼ਾਹ ਦੇ ਕੋਲ ਕਰਾਮਾਤਾਂ ਦੇਖਣੀ ਚਾਹੁੰਦਾ ਬਾਦਸ਼ਾਹ, ਤਾਂ ਗੁਰੂ ਸਾਹਿਬ ਨੂੰ ਬੁਲਾਇਆ। ਇਸ ਕਰਕੇ ਇਹ ਮੈਂ ਸੋਚਦਾ ਆ ਵੀ ਉਹਨਾਂ ਨੂੰ ਕਿਹੜੇ ਬਹਾਨੇ ਨਾਲ ਦਿੱਲੀ ਸੱਦੀਏ। ਲਗ ਬੈ ਆਵਨ ਤਿਨਹੁ ਕਠਨ ਹੈ। ਨਾਲੇ ਉਮਰ ਉਹਨਾਂ ਦੀ ਬਹੁਤ ਛੋਟੀ ਹੈ, 5.5 ਸਾਲ ਦੇ ਹਨ, ਅਜੇ ਬਾਲ ਅਵਸਥਾ ਹੈ। ਇਸ ਕਰਕੇ ਉਮਰ ਤਾਂ ਮਾਤਾ ਦੀ ਗੋਦ ਵਿੱਚ ਰਹਿਣ ਦੀ ਹੁੰਦੀ ਹੈ। ਮਾਤਾ ਦੀ ਗੋਦ ਛੱਡ ਕੇ ਦਿੱਲੀ ਦਰਬਾਰ ਵਿੱਚ ਕਿਵੇਂ ਆਉਣਗੇ? ਇੰਨੀ ਛੋਟੀ ਉਮਰ ਦੇ ਹਨ। ਇੱਕ ਸ੍ਰੀ ਗੁਰ ਕੇ ਸੁਤ ਹੈ ਦੋ। ਇੱਕੋ ਹੀ ਸਾਡੇ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਤੁਸੀਂ ਦੋ ਪੁੱਤਰ ਹੋ। ਬਾਬਾ ਰਾਮ ਰਾਏ ਜੀ ਤੁਸੀਂ ਵੱਡੇ ਹੋ ਤੇ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਸਤਿਗੁਰੂ ਜੀ ਛੋਟੇ ਹਨ, ਤੁਹਾਡੇ ਭਾਈ ਹਨ। ਅਤ ਅਜ਼ਮਤ ਮਹਿ ਸਮਸਰ ਹੋ। ਇਹ ਤਾਂ ਮੈਨੂੰ ਪਤਾ ਵੀ ਜਿੰਨੀ ਕਰਾਮਾਤ ਤੁਹਾਡੇ ਕੋਲ ਹੈ ਉਹਨਾਂ ਕੋਲ ਵੀ ਜ਼ਰੂਰ ਹੋਵੇਗੀ, ਕਿਉਂਕਿ ਪਿਤਾ ਦੇ ਇੱਕੋ ਪਿਤਾ ਦੇ ਪੁੱਤਰ ਹੋ ਦੋਵੇਂ ਭਰਾ ਤੁਸੀਂ। ਕਿਦੋਂ ਸਾ ਲਗ ਗਾਦੀ ਪਰ ਟੀਕਾ। ਜਾਂ ਉਹ ਛੋਟੇ ਹਨ ਪਰ ਗੱਦੀ ਉਹਨਾਂ ਨੂੰ ਮਿਲੀ ਹੋਈ ਆ। ਹੋ ਸਕਦਾ ਤੁਹਾਡੇ ਨਾਲੋਂ ਵੀ ਜ਼ਿਆਦਾ ਵੱਡੇ ਹੋਣ ਕਰਾਮਾਤ ਵਿੱਚ। ਤੁਮ ਤੇ ਹੋਇਆ ਹੈ ਅਧਿਕ ਬਧੀਕਾ। ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਦੀ ਗੱਦੀ ਦਾ ਤਿਲਕ ਲੱਗਾ ਹੈ ਉਹਨਾਂ ਦੇ ਮੱਥੇ ਤੇ। ਗੁਰੂ ਮਹਾਰਾਜ 8ਵੇਂ ਪਾਤਸ਼ਾਹ ਬਣੇ ਨੇ ਉਹ ਗੁਰੂ ਨਾਨਕ ਦੇ ਘਰ ਦੇ। ਹੋ ਸਕਦਾ ਵੀ ਤੁਹਾਡੇ ਨਾਲੋਂ ਜ਼ਿਆਦਾ ਪਾਵਰ ਦੇ ਮਾਲਕ ਹੋਣ। ਉਹ ਲਗ ਬੈ ਤੇ ਜਬ ਹੋਏ ਬਿਸਾਲਾ। ਜਦੋਂ ਉਮਰ ਵੱਡੀ ਹੋ ਜਾਏਗੀ, ਅਜੇ ਤਾਂ ਛੋਟੇ ਹਨ, ਜਦੋਂ ਜਵਾਨੀ ਚੜਨਗੇ ਕਰਹ ਕਾਰਨ ਕੋ ਤਿਸ ਕਾਲਾ। ਉਦੋਂ ਬੁਲਾ ਲਾਂਗੇ ਉਹਨਾਂ ਨੂੰ, ਜਦੋਂ ਉਹ ਗੱਲਬਾਤ ਕਰਨ ਜੋਗੇ ਹੋ ਜਾਣਗੇ, ਸਾਨੂੰ ਮਿਲਣ ਜੋਗੇ ਹੋ ਜਾਣਗੇ, ਕਚਹਿਰੀ ਚ ਆਉਣ ਜੋਗੇ ਹੋ ਜਾਣਗੇ। ਘੱਟੋ ਘੱਟ 12-15 ਸਾਲ ਦੀ ਉਮਰ ਹੋਵੇ ਨਾ। ਇੰਨੀ ਛੋਟੀ ਉਮਰ 5 ਸਾਲ ਦੀ ਉਮਰ 'ਚ ਉਹਨਾਂ ਨੂੰ ਬੁਲਾਈਏ ਤੇ ਲੋਕਾਂ ਨੇ ਸਾਨੂੰ ਵੀ ਕਹਿਣਾ ਵੀ ਬਾਦਸ਼ਾਹ ਨੇ ਸਿਆਣਪ ਨਹੀਂ ਕੀਤੀ ਤੇ ਮੇਰੀ ਵੀ ਬਦਨਾਮੀ ਹੋਵੇਗੀ। ਬਾਬਾ ਜੀ ਅਬ ਤੋ ਅਨਚਿਤ ਬਾਤ ਵਿਚਾਰਾ। ਹੁਣ ਤੁਸੀਂ ਸਿਆਣੇ ਹੋ ਬਾਬਾ ਰਾਮ ਰਾਏ ਜੀ, ਵੀ ਇਸ ਉਮਰ ਦੇ ਵਿੱਚ ਉਹਨਾਂ ਨੂੰ ਇੱਥੇ ਬੁਲਾਣਾ, 5-5.5 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਖੇਚਲ ਦੇਣੀ, ਇਹ ਕੋਈ ਚੰਗੀ ਗੱਲ ਮੈਨੂੰ ਨਜ਼ਰ ਨਹੀਂ ਆਈ। ਪਟਕਾ ਦੂਤ ਨਾ ਨਿਕਟ ਹਕਾਰ। ਇਸ ਕਰਕੇ ਬਾਬਾ ਜੀ ਦੂਤ ਭੇਜ ਕੇ ਉਹਨਾਂ ਨੂੰ ਇੱਥੇ ਦਿੱਲੀ ਨਾ ਸੱਦੀਏ। ਜੇ ਥੋੜਾ ਸਮਾਂ ਰੁਕ ਜਾਈਏ, 2-4 ਸਾਲਾਂ ਨੂੰ ਉਹ ਚੰਗੇ ਹੋ ਜਾਣਗੇ, ਹੁਸ਼ਿਆਰ ਹੋ ਜਾਣਗੇ, ਫਿਰ ਉਹਨਾਂ ਨੂੰ ਬੁਲਾ ਲਵਾਂਗੇ। ਸੁਣ ਸ਼੍ਰੀ ਰਾਮ ਰਾਏ ਤਬ ਕਹਿਓ। ਬਾਬਾ ਰਾਮ ਰਾਏ ਜੀ ਬਾਦਸ਼ਾਹ ਔਰੰਗਜ਼ੇਬ ਦੀ ਗੱਲ ਸੁਣ ਕੇ ਕਹਿਣ ਲੱਗੇ, ਇਮ ਵਿਚਾਰ ਤੁਮ ਨੀਕੇ ਲਹਿਓ। ਇਹ ਬਾਦਸ਼ਾਹ ਸਲਾਮਤ, ਤੁਸੀਂ ਸਿਆਣੇ ਹੋ, ਇਹ ਵਿਚਾਰ ਤੁਸੀਂ ਚੰਗੀ ਤਰ੍ਹਾਂ ਕੀਤੀ ਹੈ। ਹੋਤ ਹੈ ਕਾਰਨ ਕੀ ਜਗਬਾਤੀ। ਦੇਖੋ, ਬੁਲਾਉਣ ਵਾਸਤੇ 2 ਕਾਰਨ ਹੁੰਦੇ ਨੇ। ਦੋਵਾਂ ਕਾਰਨਾਂ ਤੋਂ ਕਿਸੇ ਨੂੰ ਬੁਲਾਇਆ ਜਾ ਸਕਦਾ। ਗੁਰੂ ਸਾਹਿਬ ਨੂੰ ਵੀ 2 ਕਾਰਨਾਂ ਕਰਕੇ ਸੱਦਿਆ ਜਾ ਸਕਦਾ ਦਿੱਲੀ ਵਿੱਚ। ਗਰਭਤ ਕਰਕੇ ਬਲ ਬਖਿਆਤੀ। ਬਲ ਦੇ ਨਾਲ, ਸ਼ਕਤੀ ਦੇ ਨਾਲ ਤੁਸੀਂ ਬੁਲਾ ਸਕਦੇ ਹੋ। ਤੁਸੀਂ ਮਾਲਕ ਹੋ ਹਿੰਦੁਸਤਾਨ ਦੇ, ਕਿਉਂਕਿ ਤੁਹਾਡਾ ਹੁਕਮ ਕੋਈ ਮੋੜ ਨਹੀਂ ਸਕਦਾ।
ਬਾਦਸ਼ਾਹ ਦਾ ਹੁਕਮ ਖੁਦਾ ਦਾ ਹੁਕਮ ਮੰਨਿਆ ਜਾਂਦਾ ਸੀ। ਉਹ ਸਮਾਂ ਹੀ ਐਸਾ ਸੀ। ਤੋ ਬਾਦਸ਼ਾਹ ਤੁਹਾਡਾ ਹੁਕਮ ਤੇ ਕੋਈ ਮੋੜ ਨਹੀਂ ਸਕਦਾ। ਜਿਹਨੂੰ ਵੀ ਤੁਸੀਂ ਭੇਜੋ ਉਹਨੂੰ ਜਾਣਾ ਪਏਗਾ, ਜਿਹਨੂੰ ਬੁਲਾਓ ਉਹਨੂੰ ਆਣਾ ਪਏਗਾ। ਹਾਂਜੀ, ਸੋਨਹ ਆਛੀ ਬਿਗਨ ਪਰਤ ਹੈ। ਤੇ ਉਹ ਜਿਹੜੀ ਗੱਲ ਹੈ ਨਾ ਵੀ ਤੁਸੀਂ ਹੁਕਮ ਦੇ ਕੇ ਬੁਲਾਓ ਗੁਰੂ ਸਾਹਿਬ ਨੂੰ ਜ਼ਬਰਦਸਤੀ ਫੌਜਾਂ ਭੇਜ ਕੇ, ਉਹ ਤਾਂ ਗੱਲ ਠੀਕ ਨਹੀਂ ਲੱਗਦੀ ਮੈਨੂੰ ਵੀ। ਉਹਦੇ ਵਿੱਚ ਤੁਹਾਡੀ ਬਦਨਾਮੀ ਹੋਣ ਦਾ ਡਰ ਹੈ, ਉਹਦੇ 'ਚ ਬੜਾ ਭਾਰੀ ਵਿਘਨ ਹੈ। ਤੁਸੀਂ ਏਡੇ ਵੱਡੇ ਬਾਦਸ਼ਾਹ ਹੋ, ਹਿੰਦੁਸਤਾਨ ਦੇ ਮਾਲਕ ਹੋ, ਤੇ ਤੁਹਾਨੂੰ ਲੋਕ ਕਹਿਣਗੇ ਵੀ ਇਹ ਕੰਮ ਬਾਦਸ਼ਾਹ ਨੇ ਚੰਗਾ ਨਹੀਂ ਕੀਤਾ, ਸਿਆਣਿਆਂ ਵਾਲਾ ਨਹੀਂ ਕੀਤਾ। ਜਿਹੜਾ ਬਾਲਾ ਪ੍ਰੀਤਮ ਜੀ ਨੂੰ 5.5 ਸਾਲ ਦੇ ਸਤਿਗੁਰੂ ਜੀ ਹਨ, ਉਹਨਾਂ ਨੂੰ ਦਿੱਲੀ ਬੁਲਾ ਲਿਆ ਹੈ। ਦੇਤ ਸਰਾਪ ਕੋ ਕ੍ਰੋਧ ਕਰਤ ਹੈ। ਨਾਲੇ ਮੇਰੇ ਭਾਈ ਕੋਲ ਗੁਰਤਾ ਗੱਦੀ ਹੈ, ਕੋਈ ਨਾਰਾਜ਼ ਹੋ ਕੇ ਬਚਨ ਕਰ ਦੇਣ ਤਾਂ ਉਹਨਾਂ ਦਾ ਬਚਨ ਟਲਣਾ ਨਹੀਂ। ਇਸ ਗੱਲ ਦਾ ਰਾਮ ਰਾਏ ਨੂੰ ਵੀ ਇਲਮ ਸੀ, ਭਾਵੇਂ ਈਰਖਾ ਕਰਦਾ ਸੀ ਸਤਿਗੁਰੂ ਜੀ ਨਾਲ, ਪਰ ਇਹਨਾਂ ਉਹਨੂੰ ਪਤਾ ਸੀ ਵੀ ਜੋ ਉਹਨਾਂ ਦੀ ਰਸਨਾ ਤੋਂ ਬਚਨ ਨਿਕਲ ਜਾਣੇ ਆ ਉਹ ਪੂਰੇ ਹੋਣੇ। ਹਾਂਜੀ, ਬਿਨਾ ਬਖਾਨ ਬੁਲਾਵਨ ਕਰਨਾ। ਇਸ ਕਰਕੇ ਬਾਦਸ਼ਾਹ ਸਲਾਮਤ ਜ਼ਬਰਦਸਤੀ ਤਾਂ ਆਪਾਂ ਉਹਨਾਂ ਨੂੰ ਨਹੀਂ ਬੁਲਾ ਸਕਦੇ। ਹਾਂ, ਬੇਨਤੀ ਕਰੀਏ ਨਿਮਰਤਾ ਦੇ ਨਾਲ, ਅਧੀਨਗੀ ਦੇ ਨਾਲ ਵੀ ਮਹਾਰਾਜ ਜੀ ਕਿਰਪਾ ਕਰੋ, ਦਿੱਲੀ ਤਸ਼ਰੀਫ ਲਿਆਓ, ਆਪਣੇ ਮੁਕੱਦਸ ਚਰਨ ਸਾਡੇ ਘਰ ਪਾ ਕੇ ਸਾਡੇ ਘਰਾਂ ਨੂੰ ਪਵਿੱਤਰ ਕਰੋ। ਇਹਨੀ ਕੋ ਪਰਸ਼ੋਤਮ ਵਰਣਾ। ਇਹ ਗੱਲ ਜਿਹੜੀ ਹੈ ਉੱਤਮ ਪੁਰਸ਼ਾਂ ਨੇ ਤਰੀਕਾ ਦੱਸਿਆ, ਸਿਆਣਿਆਂ ਬੰਦਿਆਂ ਨੇ, ਵੀ ਜੇ ਪਿਆਰ ਨਾਲ ਗੱਲ ਬਣੇ ਫਿਰ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ। ਪਿਆਰ ਨਾਲ ਹੱਥ ਜੋੜਿਆਂ ਜੇ ਗੁਰੂ ਜੀ ਆ ਜਾਂਦੇ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ, ਤੇ ਸਾਨੂੰ ਫੌਜਾਂ ਭੇਜਣ ਦੀ ਕੀ ਲੋੜ ਹੈ? ਬੇਨਤੀ ਕਰਕੇ ਵੇਖੋ ਨਿਮਰਤਾ ਨਾਲ, ਗੁਰੂ ਸਾਹਿਬ ਕਿਰਪਾ ਕਰਨ, ਬੇਨਤੀ ਮੰਨ ਕੇ ਦਿੱਲੀ ਆ ਜਾਣ। ਇਮ ਕਰਤੇ ਸਭ ਬਿਗਨ ਬਿਨਾਸ਼ ਹੈ। ਇਹ ਬਾਦਸ਼ਾਹ ਜੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਆਉਂਦੇ ਨੇ ਫਿਰ ਕੋਈ ਵਿਘਨ ਨਹੀਂ ਪੈਂਦਾ, ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ। ਬੇਨਤੀ ਕਰਕੇ ਪਿਆਰ ਨਿਮਰਤਾ ਨਾਲ 8ਵੇਂ ਪਾਤਸ਼ਾਹ ਨੂੰ ਦਿੱਲੀ ਸੱਦ ਲਵੋ ਤੁਸੀਂ ਇੱਕ ਵਾਰੀ। ਨਿਤ ਪ੍ਰਤ ਮੰਗਲ ਮਹਤ ਪ੍ਰਕਾਸ਼ ਹੈ। ਉਹਨਾਂ ਦੇ ਆਉਣ ਨਾਲ ਇੱਥੇ ਬੜੀਆਂ ਰੌਣਕਾਂ ਲੱਗਣਗੀਆਂ, ਹੋਰ ਸੰਗਤਾਂ ਵੀ ਇਕੱਠੀਆਂ ਹੋਣਗੀਆਂ ਦਿੱਲੀ ਦੇ ਵਿੱਚ। ਜਾਂ ਤੇ ਕਰੋ ਵਿਚਾਰਨ ਐਸੇ। ਇਸ ਕਰਕੇ ਬਾਬਾ ਰਾਮ ਰਾਏ ਜੀ ਬਾਦਸ਼ਾਹ ਨੂੰ ਕਹਿੰਦੇ ਆ ਤੁਸੀਂ ਇਸ ਤਰ੍ਹਾਂ ਦੀ ਵਿਚਾਰ ਕਰੋ ਆਪਣੇ ਮਨ ਵਿੱਚ, ਸੋ ਆਵਹਿ ਅਰ ਸੁਖ ਹੋਏ ਜੈਸੇ, ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਰਾਮ ਨਾਲ ਹੀ ਦਿੱਲੀ ਆ ਜਾਣ ਤੇ ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਾ ਹੋਵੇ, ਪਿਆਰ ਨਾਲ ਹੀ ਸੁੱਖ ਨਾਲ ਹੀ ਸਾਰਾ ਕੰਮ ਠੀਕ ਹੋ ਜਾਵੇ। ਕਰਸਨ ਮਾਨ ਹਕਾਰ ਹੋਤਾ ਹੂੰ। ਇਹ ਬਾਦਸ਼ਾਹ ਸਲਾਮਤ ਤੁਸੀਂ ਉਹਨਾਂ ਦੇ ਰੁਤਬੇ ਦੇ ਮੁਤਾਬਕ ਸਨਮਾਨ ਦੇ ਨਾਲ ਹੀ ਉਹਨਾਂ ਨੂੰ ਸੱਦਾ ਭੇਜੋ, ਕਿਉਂਕਿ ਉਹ ਗੁਰੂ ਨਾਨਕ ਜੀ ਗੱਦੀ ਦੇ 8ਵੇਂ ਵਾਰਸ ਹਨ। ਉਹਨਾਂ ਦੇ ਉੱਤੇ ਗੁਰੂ ਨਾਨਕ ਦੀ ਸੰਗਤ ਦਾ ਬਹੁਤ ਜ਼ਿਆਦਾ ਪ੍ਰੇਮ, ਵਿਸ਼ਵਾਸ, ਸ਼ਰਧਾ ਬਣੀ ਹੋਈ ਹੈ। ਇਸ ਕਰਕੇ ਸਮਾਜ ਵਿੱਚ ਕੋਈ ਮਾੜਾ ਮੈਸੇਜ ਨਾ ਜਾਵੇ ਗੁਰਤਾ ਗੱਦੀ ਪ੍ਰਤੀ। ਤੁਸੀਂ ਬੜੇ ਸਤਿਕਾਰ ਨਾਲ, ਇੱਜ਼ਤ ਦੇ ਨਾਲ ਸੱਦਾ ਭੇਜੋ। ਦਰਸਹ ਪਰਸਹ ਬੈਸਹ ਪਾਹੂ। ਜਦੋਂ ਆ ਜਾਣਗੇ ਤੁਸੀਂ ਉਹਨਾਂ ਦੇ ਦਰਸ਼ਨ ਕਰ ਲਿਆ ਜੇ, ਉਹਨਾਂ ਦੇ ਚਰਨ ਪਰਸ ਲਿਆ ਜੇ, ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਿਆ ਜੇ। ਬਾਬੇ ਰਾਮ ਰਾਏ ਦਾ ਇਰਾਦਾ ਇਹ ਹੈ ਕਿ ਔਰੰਗਜ਼ੇਬ ਇੱਕ ਵਾਰੀ ਗੁਰੂ ਸਾਹਿਬ ਨੂੰ ਦਿੱਲੀ ਬੁਲਾ ਕੇ ਕਰਾਮਾਤ ਦੇਖਣ ਲਈ ਕਵੇ, ਤੇ ਜੇ ਬਾਦਸ਼ਾਹ ਕਰਾਮਾਤ ਦਿਖਾਣ ਲਈ ਕਵੇਗਾ ਤੇ ਗੁਰੂ ਸਾਹਿਬ ਦਿਖਾਣਗੇ ਨਹੀਂ, ਫਿਰ ਬਾਦਸ਼ਾਹ ਦੇ ਲੋਕਾਂ ਦੇ ਨਿਗਾਹ ਵਿੱਚ ਇਹ ਗੱਲ ਆਵੇਗੀ ਕਿ ਕਰਾਮਾਤ ਤਾਂ ਬਾਬੇ ਰਾਮ ਰਾਏ ਕੋਲ ਹੀ ਹੈ, ਬਾਕੀ ਤਾਂ ਐਵੇਂ ਹੀ ਆ। ਇਸ ਤਰ੍ਹਾਂ ਬਾਦਸ਼ਾਹ ਦੇ ਮਨ ਵਿੱਚ ਭਰਮ ਪਾਉਣ ਵਾਸਤੇ, ਗੁਰੂ ਘਰ ਪ੍ਰਤੀ ਨਫ਼ਰਤ ਪੈਦਾ ਹੋ ਜਾਵੇ ਤੇ ਮੇਰੇ ਉੱਤੇ ਸ਼ਰਧਾ ਹੋਰ ਪੱਕੀ ਹੋ ਜਾਵੇ, ਬਾਬਾ ਰਾਮ ਰਾਏ ਜੀ ਨੇ ਇਹ ਦਾਅ ਚੱਲਿਆ ਹੈ। ਤਿਸ ਚਨ ਨਿਰਪਜਾ ਸਿੰਘ ਸਵਾਈ। ਉਸ ਵੇਲੇ ਜਿਹੜਾ ਰਾਜਾ ਜੈ ਸਿੰਘ ਸੀ, ਸਾਧ ਸੰਗਤ ਜੀ ਜੈ ਸਿੰਘ ਦੋ ਹੋਏ ਨੇ, ਇੱਕ 8ਵੇਂ ਪਾਤਸ਼ਾਹ ਦੇ ਸਮੇਂ ਹੋਇਆ, ਇੱਕ ਫਿਰ 10ਵੇਂ ਪਾਤਸ਼ਾਹ ਤੋਂ ਬਾਅਦ ਹੋਇਆ। ਇਹ ਦੋਵੇਂ ਜੈਪੁਰ ਦੇ ਰਾਜੇ ਹੋਏ ਨੇ। ਪਹਿਲੇ ਨੂੰ ਜੈ ਸਿੰਘ ਕਛਵਾਹਾ ਕਹਿੰਦੇ ਨੇ ਤੇ ਦੂਜੇ ਨੂੰ ਜੈ ਸਿੰਘ ਸਵਾਈ ਕਹਿੰਦੇ ਨੇ। ਕਵੀ ਜੀ ਨੇ ਇੱਥੇ ਉਹਨਾਂ ਦਾ ਸਵਾਈ ਕਰਕੇ ਲਿਖ ਦਿੱਤਾ ਹੈ
ਕਿਉਂਕਿ ਇੱਕੋ ਹੀ ਪਰਿਵਾਰ ਸੀ, ਇੱਕੋ ਗੱਦੀ ਸੀ। ਉਸ ਕਰਕੇ ਕਈ ਵਾਰੀ ਸੁਣਨ ਵਿੱਚ, ਸੁਣਾਉਣ ਵਿੱਚ, ਦੱਸਣ ਵਿੱਚ ਨਾਂ ਬਦਲ ਜਾਇਆ ਕਰਦੇ ਨੇ। ਸੋ ਜਿਹੜਾ ਜੈ ਸਿੰਘ ਰਾਜਾ ਸੀ ਜੈਪੁਰ ਦਾ, ਸੁਣ ਬ੍ਰਿਤਾਂਤ ਸਭ ਕਹੇ ਬੁਝਾਈ। ਉਸ ਜੈ ਸਿੰਘ ਕਛਵਾਹੀ ਰਾਜੇ ਨੂੰ ਸੱਦਿਆ ਬਾਦਸ਼ਾਹ ਨੇ, ਤੇ ਉਹਦੇ ਨਾਲ ਇਸ ਤਰ੍ਹਾਂ ਗੱਲਬਾਤ ਕੀਤੀ, ਉਹਨੂੰ ਇਸ ਤਰ੍ਹਾਂ ਸਮਝਾਇਆ ਇਹੋ ਜਿ ਬਾਤ ਗੁਰ ਸਤ ਨੇ ਕਹੀ। ਕਿ ਦੇਖੋ ਰਾਜਾ ਜੈ ਸਿੰਘ ਜੀ, ਆ ਤੁਸੀਂ ਗੱਲ ਸੁਣੀ ਹੈ ਜਿਹੜੀ ਬਾਬਾ ਰਾਮ ਰਾਏ ਜੀ ਕਰ ਰਹੇ ਹਨ। ਸੋ ਹਮਨੇ ਮਨ ਆਛੀ ਲਹੀ। ਅਸੀਂ ਇਹ ਗੱਲ ਦੇ ਉੱਤੇ ਵਿਚਾਰ ਕੀਤੀ ਹੈ, ਸਾਨੂੰ ਇਹ ਗੱਲ ਚੰਗੀ ਲੱਗੀ ਇਹਨਾਂ ਦੀ। ਪੂਰਬ ਪੀਪਰ ਸੰਗ ਅਸ ਭਇਓ। ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲਬਾਤ ਹੋ ਚੁੱਕੀ ਹੈ। ਇਨਕੋ ਵੱਡੋ ਸ਼ਾਹ ਟਿਗ ਆਇਓ। ਇਹਨਾਂ ਦੇ ਵੱਡੇ ਸਨ 6ਵੇਂ ਪਾਤਸ਼ਾਹ, ਉਹ ਸਾਡੇ ਦਾਦਾ ਜੀ ਜਹਾਂਗੀਰ ਬਾਦਸ਼ਾਹ ਨੂੰ ਮਿਲਣ ਆਏ ਸਨ, ਤੇ ਵੱਡੇ ਗੁਰੂਆਂ ਨੇ ਸਾਡੇ ਤੇ ਬੜੀ ਕਿਰਪਾ ਰੱਖੀ, ਆਉਂਦੇ ਜਾਂਦੇ ਰਹੇ ਹਨ ਸਾਡੇ ਘਰ ਵਿੱਚ। ਜਹਾਂਗੀਰ ਪਤਸ਼ਾਹ ਬਿਸਾਲਾ। ਜਹਾਂਗੀਰ ਬਾਦਸ਼ਾਹ ਬਹੁਤ ਵੱਡਾ ਬਾਦਸ਼ਾਹ ਸੀ, ਮੇਰਾ ਦਾਦਾ ਸੀ। ਵੱਡੋ ਆਪ ਕੋ ਸ਼ੁਭ ਮਗ ਚਾਲਾ। ਤੇ ਉਹ ਬਾਬੇ ਰਾਮ ਰਾਏ ਜੀ ਤੁਹਾਡੇ ਵੱਡੇ ਜਿਹੜੇ ਸਨ ਸਤਿਗੁਰੂ ਅਰਜਨ ਦੇਵ ਜੀ, ਉਹਨਾਂ ਦੇ ਨਾਲ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਪ੍ਰੇਮ ਰੱਖਦਾ ਸੀ, ਉਹਨਾਂ ਦੇ ਦੱਸੇ ਰਾਹ ਤੇ ਚੱਲਦਾ ਸੀ। ਤਿਨਹੁ ਹਕਾਰੇ ਬਿਨ ਬਖਾਨੀ। ਉਹਨਾਂ ਨੂੰ ਇਹ ਜਹਾਂਗੀਰ ਬਾਦਸ਼ਾਹ ਨੇ ਬੇਨਤੀ ਕੀਤੀ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਇੱਕ ਵਾਰੀ ਦਿੱਲੀ ਆ ਕੇ ਮੈਨੂੰ ਦਰਸ਼ਨ ਦੇਣ। ਤੇ ਮਹਾਰਾਜ ਬਾਦਸ਼ਾਹ ਦੀ ਬੇਨਤੀ ਮੰਨ ਕੇ ਦਿੱਲੀ ਗਏ ਸਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ। ਸ਼੍ਰੀ ਹਰਗੋਬਿੰਦ ਸਰ ਧਨ ਪਾਨੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਦੇਗ ਦੇ ਧਨੀ ਸਨ, ਸ਼ਸਤਰ ਵਿਦਿਆ ਦੇ ਮਾਹਰ ਸਨ, ਜੰਗਾਂ ਦੇ ਜੇਤੂ ਸਨ, ਉਹ ਸਤਿਗੁਰੂ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਨ ਤੋਂ ਬਾਅਦ ਬਾਦਸ਼ਾਹ ਨੂੰ ਮਿਲਣ ਵਾਸਤੇ ਦਿੱਲੀ ਮਜਨੂ ਦੇ ਟਿੱਲੇ ਹੀ ਆ ਕੇ ਪ੍ਰਣਾਮ ਕੀਤਾ ਸੀ। ਮਿਲੇ ਆਨ ਬੜ ਰਸ ਕੋ ਰਾਖਾ। ਬਾਦਸ਼ਾਹ ਨੇ ਵੀ ਉਹਨਾਂ ਦਾ ਸਤਿਕਾਰ ਮਾਣ ਕੀਤਾ ਸੀ, ਤੇ ਫਿਰ ਉਸ ਤੋਂ ਬਾਅਦ ਬਾਦਸ਼ਾਹ ਉਹਨਾਂ ਦੇ ਨਾਲ ਪ੍ਰੇਮ ਕਰਨ ਲੱਗ ਪਿਆ ਸੀ। ਜਿਹੜੀ ਕੋਈ ਮਨ ਵਿੱਚ ਸ਼ੱਕ ਸ਼ੁਬਾ ਸੀ ਉਹ ਦੂਰ ਹੋ ਗਿਆ ਸੀ। ਤੇ ਚੰਦੂ ਵੀ ਜਿਹੜਾ ਸੀ ਉਹ ਵੀ ਗੁਰੂ ਸਾਹਿਬ ਜੀ ਉਦੋਂ ਹੀ ਫੜ ਕੇ ਲਿਆਏ ਸਨ। ਦੁਸ਼ਟ ਪਾਪੀ ਚੰਦੂ ਨੂੰ ਸਜ਼ਾ ਦੇਣੀ ਸੀ ਨਾ, ਇਸ ਕਰਕੇ ਮਹਾਰਾਜ ਨੇ ਇਹੋ ਜੀ ਲੀਲਾ ਰਚਾਈ ਸੀ। ਹਾਂਜੀ, ਸ਼ਾਹ ਜੋੜ ਕਰ 300 ਭਾਖਾ। ਤੇ ਬਾਦਸ਼ਾਹ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਜਹਾਂਗੀਰ ਨੇ ਮੋਹਿ ਨਾਮ ਕੀ ਫੇਰ ਹਮਾਲਾ। ਕਿ ਮਹਾਰਾਜ ਮੇਰੇ ਵਾਸਤੇ, ਮੇਰੀ ਦੇਹ ਰੋਗਤਾ ਵਾਸਤੇ, ਮੇਰੇ ਤੇ ਜਿਹੜੀ ਸਾੜ ਸਤੀ ਆਈ ਹੈ ਉਸ ਸਾੜ ਸਤੀ ਦੀ ਨਿਰਵਿਰਤੀ ਵਾਸਤੇ ਗੁਰੂ ਜੀ ਮੇਰੇ ਲਈ ਗਵਾਲੀਅਰ ਦੇ ਕਿਲੇ 'ਚ ਜਾ ਕੇ 40 ਦਿਨ ਮਾਲਾ ਫੇਰ ਦਿਓ, ਨਾਮ ਜਪ ਲਓ, ਤੇ ਫਿਰ ਗੁਰੂ ਜੀ ਮੈਂ ਠੀਕ ਹੋ ਜਾਵਾਂਗਾ। ਇਹ ਗੱਲ ਜਹਾਂਗੀਰ ਨੇ 6ਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ ਗਵਾਲੀਅਰ ਭੇਜ ਦਿੱਤਾ ਸੀ। ਜਿਸ ਤੇ ਸੰਕਟ ਕਟ ਹੈ ਕਰਾਲਾ। ਕਹਿੰਦੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ ਵੀ ਮਹਾਰਾਜ ਤੁਸੀਂ ਗਵਾਲੀਅਰ ਜਾ ਕੇ ਮੇਰੇ ਵਾਸਤੇ ਤਪ ਕਰੋ ਤਾਂ ਕਿ ਮੇਰੇ ਤੇ ਆਈ ਹੋਈ 7.5 ਸਾਲ ਦੀ ਜੋ ਸ਼ਨੀ ਦੀ ਸਾੜ ਸਤੀ ਹੈ ਉਹ ਦੂਰ ਹੋ ਜਾਵੇ। ਕਹੇ ਨਜੂਮੀ ਕੇ ਇਮਕੀਨ। ਸੋ ਨਜੂਮੀ ਦਾ ਕਿਹਾ ਮੰਨ ਕੇ, ਜੋਤਸ਼ੀ ਦਾ ਕਿਹਾ ਮੰਨ ਕੇ, ਕਹਾਇਆ ਤਾਂ ਚੰਦੂ ਨਹੀਂ ਸੀ, ਜੋਤਸ਼ੀ ਨੂੰ ਪੈਸੇ ਦਿੱਤੇ ਸਨ ਵੀ ਤੂੰ ਬਾਦਸ਼ਾਹ ਨੂੰ ਕਹੀਂ ਤੇਰੇ ਤੇ ਸਾੜ ਸਤੀ ਆ ਗਈ ਹੈ, ਤੇ ਸਾੜ ਸਤੀ 'ਚ ਬੰਦੇ ਦੀ ਮੌਤ ਵੀ ਹੋ ਸਕਦੀ ਹੈ, ਤੇ ਬਾਦਸ਼ਾਹ ਡਰ ਜਾਏਗਾ। ਫਿਰ ਬਾਦਸ਼ਾਹ ਪੁੱਛੇਗਾ ਵੀ ਇਹ ਜੋਤਸ਼ੀ ਜੀ ਇਹ ਦੱਸੋ ਵੀ ਇਹ ਸਾੜ ਸਤੀ ਤੋਂ ਬਚਣ ਦਾ ਇਲਾਜ ਕੀ ਹੈ? ਤੇ ਤੂੰ ਆਖੀ ਬਈ ਇਹਦਾ ਇਲਾਜ ਹੈ ਵੀ ਸੋਢੀ ਕੁੱਲ ਦੇ ਹੋਣ, ਨੌਜਵਾਨ ਉਮਰ ਹੋਵੇ, ਤੇ ਹੁਣ ਵੀ ਕੋਈ ਸਾਧੂ ਮਹਾਤਮਾ ਨਾਮ ਹਰਗੋਬਿੰਦ ਹੋਵੇ, ਤੇ ਉਹ ਸੋਢੀ ਕੁੱਲ ਦੇ ਹੋਣੇ ਚਾਹੀਦੇ ਆ। ਤੇ ਗਵਾਲੀਅਰ ਦੇ ਕਿਲੇ 'ਚ 40 ਦਿਨ ਤੁਹਾਡੇ ਲਈ ਮਾਲਾ ਫੇਰ ਦੇਣ, ਤੁਹਾਡੀ ਜਾਨ ਬਚ ਜਾਏਗੀ। ਤੋ ਜਦੋਂ ਇਹ ਗੱਲ ਜਹਾਂਗੀਰ ਨੇ ਸੁਣੀ ਤੇ ਕੋਲ ਚੰਦੂ ਬੈਠਾ ਸੀ, ਕਿਉਂਕਿ ਚੰਦੂ ਨੇ ਸਾਰੀ ਸਾਜ਼ਿਸ਼ ਘੜੀ ਸੀ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਹ ਤਾਂ ਕੰਮ ਘਰ 'ਚ ਹੀ ਆਪਣੇ ਸੌਖਾ ਹੀ ਹੈ। ਗੁਰੂ ਅਰਜਨ ਦੇਵ ਜੀ ਦੇ ਪੁੱਤਰ ਹਨ, ਸਾਧੂ ਮਹਾਤਮਾ ਹਨ, ਉਮਰ ਵੀ ਉਹਨਾਂ ਦੀ ਜਵਾਨੀ ਦੀ ਹੈ, ਤੇ ਨਾਮ ਵੀ ਉਹਨਾਂ ਦਾ ਹਰਗੋਬਿੰਦ ਹੈ, ਤੇ ਜਾਤ ਵੀ ਉਹਨਾਂ ਦੀ ਸੋਢੀ ਹੈ। ਉਹਨਾਂ ਨੂੰ ਗਵਾਲੀਅਰ ਦੇ ਕਿਲੇ 'ਚ ਸੱਦ ਕੇ ਮਾਲਾ ਫਰਾ ਲਓ।
ਸੋ ਜਹਾਂਗੀਰ ਨੇ ਉਦੋਂ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਸੱਦਿਆ ਸੀ ਤੇ ਗਵਾਲੀਅਰ ਦੇ ਕਿਲੇ 'ਚ ਭੇਜਿਆ ਸੀ। ਦੁਰਗ ਗਵਾਲੀਅਰ ਪਠਵੇ ਕੀਨ। ਗਵਾਲੀਅਰ ਦੇ ਕਿਲੇ 'ਚ ਭੇਜਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉੱਥੇ ਗਏ ਸਨ। ਜਹਾਂ ਕੈਦਖਾਨਾ ਬਹੁਤ ਤੇਰਾ। ਉਹ ਕੈਦਖਾਨਾ ਸੀ, ਬੜੀ ਵੱਡੀ ਉਹ ਜੇਲ੍ਹ ਸੀ ਜਿੱਥੇ ਰਾਜ ਸੀ, ਰਾਜਨੀਤਿਕ ਲੀਡਰ ਜਿਹੜੇ ਰਾਜੇ ਮਹਾਰਾਜੇ ਉਹਨਾਂ ਨੇ ਕੈਦ ਕੀਤੇ ਹੋਏ ਸਨ। ਉਸ ਜੇਲ੍ਹ ਦਾ ਇਹ ਅਸੂਲ ਸੀ ਕਿ ਜਿਹੜਾ ਉਹਦੇ 'ਚ ਇੱਕ ਵਾਰੀ ਵੜ ਜਾਂਦਾ ਸੀ, ਹਿੰਦੂ ਹੋਵੇ ਜਾਂ ਮੁਸਲਮਾਨ, ਉਹ ਜਿਉਂਦਾ ਬਾਹਰ ਨਹੀਂ ਨਿਕਲ ਸਕਦਾ ਸੀ। ਉਸ ਬੰਦੇ ਨੂੰ ਹੀ ਗਵਾਲੀਅਰ ਭੇਜਦੇ ਸਨ ਜਿਹੜਾ ਉੱਥੇ ਹੀ ਮਰੇ, ਅੰਦਰ ਹੀ ਜੇਲ੍ਹ ਦੇ ਉਹਦਾ ਸੰਸਕਾਰ ਹੋਵੇ, ਅੰਦਰ ਹੀ ਉਹਦੀ ਕਬਰ ਬਣੇ, ਬਾਹਰ ਉਹਦੀ ਲਾਸ਼ ਵੀ ਨਹੀਂ ਆ ਸਕਦੀ ਸੀ। ਪਰ ਗੁਰੂ ਸਾਹਿਬ ਜੀ ਉਹਨਾਂ 52 ਰਾਜਿਆਂ ਨੂੰ ਆਪਣੇ ਚੋਲੇ ਦੀਆਂ ਕਲੀਆਂ ਫੜਾ ਕੇ ਗਵਾਲੀਅਰ ਦੇ ਕਿਲੇ ਚੋਂ ਬਾਹਰ ਕੱਢ ਲਿਆ ਸੀ, ਮੁਕਤੀ ਦੇਤੀ ਸੀ, ਰਿਹਾਈ ਕਰਾ ਲਈ ਸੀ ਬੰਦੀ ਛੋੜ ਦਾਤਾ ਜੀ ਨੇ। ਉਸੇ ਦੀ ਯਾਦ ਵਿੱਚ ਹਰ ਸਾਲ ਦੀਵਾਲੀ ਆਪਾਂ ਬੰਦੀ ਛੋੜ ਦਿਵਸ ਕਰਕੇ ਮਨਾਉਂਦੇ ਆ। ਇਹ ਬੰਦੀ ਛੋੜ ਦਾਤੇ ਨੇ ਛੇਵੇਂ ਪਾਤਸ਼ਾਹ ਨੇ ਕੌਤਕ ਕੀਤਾ ਸੀ। ਸਭ ਬੈ ਕੈਦੀ ਤਹਾਂ ਬਸੇਰਾ। ਸਾਰੇ ਉਮਰ ਦੇ ਜਿਹੜੇ ਕੈਦੀ ਸਨ ਉਹ ਉੱਥੇ ਸਨ, ਸਾਰੀ ਉਮਰ ਦੇ, ਭਾਵ ਉਹਨਾਂ ਦੀ ਤਾ ਉਮਰ ਬਾਹਰ ਨਹੀਂ ਨਿਕਲ ਸਕਦੇ, ਮਰ ਜਾਣ ਤੇ ਉਹਨਾਂ ਦਾ ਸੰਸਕਾਰ ਕਿਲੇ ਦੇ ਅੰਦਰ ਹੋਵੇਗਾ। ਇਹ ਉਹਨਾਂ ਵਾਸਤੇ ਲਾਭ ਬਣਿਆ ਸੀ। ਸਾਰੀਆਂ ਹਿੰਦੁਸਤਾਨ ਦੀਆਂ ਜੇਲ੍ਹਾਂ ਨਾਲੋਂ ਗਵਾਲੀਅਰ ਦੀ ਜੇਲ੍ਹ ਵੱਖਰੀ ਸੀ। ਸਿਰਫ ਤੇ ਸਿਰਫ ਰਾਜਨੀਤੀ ਧਾਰਮਿਕ ਵੱਡੇ ਵੱਡੇ ਲੋਕਾਂ ਨੂੰ ਅੰਦਰ ਰੱਖਣ ਵਾਸਤੇ ਉਹ ਬਣੀ ਹੋਈ ਸੀ। ਬੜੇ ਬੜੇ ਥੰਬਲਿਆਂ ਦੇ ਨਾਲ ਅੱਜ ਵੀ ਉਹ ਥੰਬਲੇ ਖੜੇ ਹਨ ਤੇ ਉਹਨਾਂ ਥੰਬਲਿਆਂ ਦੇ ਨਾਲ ਸਾਧ ਸੰਗਤ ਜੀ ਕੈਦੀਆਂ ਨੂੰ ਸੰਗਲ ਪਾ ਕੇ ਧੁੱਪੇ ਬੰਨ੍ਹ ਛੱਡਦੇ ਸਨ, ਕਸ਼ਟ ਦਿੰਦੇ ਸਨ। ਇਹ ਤੇ ਬੰਦੀ ਛੋੜ ਦਾਤਾ ਜੀ ਗਏ ਨੇ ਤੇ ਜਾ ਕੇ ਗਵਾਲੀਅਰ ਦੇ ਕਿਲੇ ਦੇ ਉਹਨਾਂ 52 ਰਾਜਿਆਂ ਨੂੰ ਛੁਡਾਇਆ ਹੈ ਜਿਹੜੇ ਨਰਕ ਦੀ ਜ਼ਿੰਦਗੀ ਕੱਟ ਰਹੇ ਸਨ। ਸੋ ਬਾਦਸ਼ਾਹ ਔਰੰਗਜ਼ੇਬ ਉਹ ਪਿਛਲੀਆਂ ਗੱਲਾਂ ਚੇਤੇ ਕਰ ਰਿਹਾ, ਰਾਜਾ ਜੈ ਸਿੰਘ ਨੂੰ ਦੱਸ ਰਿਹਾ ਹੈ। ਸੁਨਤ ਸ਼ਾਹ ਕੀ ਬਿਨੈ ਪ੍ਰਸੀਜੇ। ਬਾਦਸ਼ਾਹ ਦੀ ਇਹ ਬੇਨਤੀ ਸੁਣ ਕੇ ਛੇਵੇਂ ਪਾਤਸ਼ਾਹ ਖੁਸ਼ੀ ਦੇ ਘਰ ਵਿੱਚ ਆਏ ਸਨ ਤੇ ਉਹਨਾਂ ਨੇ ਬਾਦਸ਼ਾਹ ਦੀ ਬੇਨਤੀ ਮੰਨ ਕੇ ਗਵਾਲੀਅਰ ਦੇ ਕਿਲੇ ਵੱਲ ਰੁਖ ਕੀਤਾ ਸੀ। ਉੱਥੇ ਜਾ ਕੇ ਉਹਨਾਂ ਨੇ ਮਾਲਾ ਫੇਰੀ ਸੀ। ਪ੍ਰਵੇਸ਼ੇ ਦੁਰਗ ਜਾਏ ਜਪ ਕੀਜੇ। ਉੱਥੇ ਜਾ ਕੇ ਗੁਰੂ ਸਾਹਿਬ ਨੇ ਬਾਦਸ਼ਾਹ ਦੇ ਵਾਸਤੇ, ਉਹਦੀ ਦੇਹ ਰੋਗਤਾ ਵਾਸਤੇ ਭਜਨ ਬੰਦਗੀ ਕੀਤੀ, ਨਾਮ ਜਪਿਆ ਤੇ ਉਹਨਾਂ 52 ਰਾਜਿਆਂ ਨੂੰ ਜਿਹੜੇ ਨਰਕ ਦੀ ਜ਼ਿੰਦਗੀ ਜੀ ਰਹੇ ਸਨ ਉਸ ਨਰਕ ਦੇ ਵਿੱਚ ਹੀ ਸਾਧ ਸੰਗਤ ਰੂਪੀ ਸੱਚਖੰਡ ਬਣਾ ਦਿੱਤਾ। ਜੇ ਰਾਜਪੂਤ ਕੈਦ ਮਹਤਾਹਾਂ। ਜਿਹੜੇ ਰਾਜਪੂਤ ਰਾਜੇ ਸੀ ਉੱਥੇ ਕੈਦ ਦੇ ਵਿੱਚ 52 ਰਾਜੇ ਸੀਗੇ, ਜਿਹੜੇ ਕੁਝ ਰਾਜਸਥਾਨ ਦੇ ਸੀ, ਕੁਝ ਸਾਧ ਸੰਗਤ ਜੀ ਪਹਾੜ ਦੇ ਹਿੰਦੂ ਰਾਜੇ ਰਾਜਪੂਤ ਰਾਜੇ ਸਨ, ਜਿਵੇਂ ਭੀਮ ਚੰਦ ਦਾ ਦਾਦਾ ਤਾਰਾ ਚੰਦ ਸੀਗਾ, ਉਹ ਵੀ ਗਵਾਲੀਅਰ ਦੇ ਕਿਲੇ 'ਚ ਬੰਦ ਸੀ। ਤਾਰਾ ਚੰਦ ਦੇ ਨਾਲ ਹੋਰ ਵੀ ਕਈ ਰਾਜਪੂਤ ਜੇਲ੍ਹ ਦੇ ਵਿੱਚ ਕੈਦ ਕੱਟ ਰਹੇ ਸਨ। ਅਸਨ ਬਸਨ ਸਭ ਕੋ ਦਿਆ ਤਾਹਾ। ਉੱਥੇ ਗੁਰੂ ਸਾਹਿਬ ਨੇ ਜਾ ਕੇ ਲੰਗਰ ਲਾ ਦਿੱਤੇ ਤੇ ਉਹਨਾਂ ਰਾਜਸੀ ਕੈਦੀਆਂ ਨੂੰ ਆਪਣਾ ਲੰਗਰ ਛਕਾਇਆ ਕਰਦੇ ਸਨ। ਸਤਿਗੁਰੂ ਜੀ ਮਹਾਰਾਜ ਜਿੱਥੇ ਵੀ ਜਾਂਦੇ ਜੇਲ੍ਹਾਂ 'ਚ ਵੀ ਲੰਗਰ ਲੱਗ ਜਾਂਦੇ ਸਨ। ਜਿੱਥੇ ਜਾ ਕੇ ਬਹਿ ਜਾਂਦੇ ਉੱਥੇ ਮੰਗਲ ਹੋ ਜਾਂਦਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸੋ ਸਾਧ ਸੰਗਤ ਜੀ ਬਾਦਸ਼ਾਹ ਦੇ ਬੂਹੇ ਤੇ ਗਵਾਲੀਅਰ ਦੇ ਕਿਲੇ ਵਿੱਚ, ਦਿੱਲੀ ਵਿੱਚ ਜਿੱਥੇ ਛੇਵੇਂ ਪਾਤਸ਼ਾਹ ਦੀਆਂ ਫੌਜਾਂ ਪੜਾਅ ਕਰਦੀਆਂ ਉੱਥੇ ਹੀ ਲੰਗਰ ਲੱਗ ਜਾਂਦੇ ਸਨ। ਸੋ ਛੇਵੇਂ ਪਾਤਸ਼ਾਹ ਨੇ ਉਹਨਾਂ 52 ਰਾਜਿਆਂ ਤੇ ਬੜੀ ਕਿਰਪਾ ਬਖਸ਼ਿਸ਼ ਕੀਤੀ ਸੀ। ਪੁਨਹ ਬੁਲਾਏ ਕਰ 40 ਫਿਰ ਬੁਲਾਇਆ ਬਾਦਸ਼ਾਹ ਨੇ 40 ਦਿਨ ਤਪ ਕਰਨ ਵਾਸਤੇ ਗਵਾਲੀਅਰ ਦੇ ਕਿਲੇ 'ਚ ਭੇਜਿਆ ਸੀ। ਕਹਿ ਮਚਵਾਏ ਸਕਲ ਮਹੀਸ਼ਾ। ਤੇ ਜਦੋਂ 40 ਦਿਨ ਪੂਰੇ ਹੋ ਗਏ ਬਾਦਸ਼ਾਹ ਨੂੰ ਮਹਾਰਾਜ ਕਹਿਣ ਲੱਗੇ ਅਸੀਂ ਤਾਂ ਗੜੀ 'ਚ ਕਿਲੇ 'ਚੋਂ ਬਾਹਰ ਆਵਾਂਗੇ ਜੇ 52 ਰਾਜਿਆਂ ਨੂੰ ਨਾਲ ਛੱਡੇਗਾ। ਜਹਾਂਗੀਰ ਕਹਿੰਦਾ ਮਹਾਰਾਜ ਇਹ ਰਾਜੇ ਬਾਦਸ਼ਾਹ ਦੇ ਕੈਦੀ ਹਨ, ਦੁਸ਼ਮਣ ਹਨ, ਇਹ ਬਾਗੀ ਹਨ, ਬੜੀ ਮੁਸ਼ਕਲ ਨਾਲ ਇਹ ਫੜ ਕੇ ਜੇਲ੍ਹ 'ਚ ਡੱਕੇ ਹਨ, ਬੜੀਆਂ ਲੜਾਈਆਂ ਹੋਈਆਂ, ਬੜੇ ਕਤਲੋ ਗਾਰਤ ਹੋਏ, ਖੂਨ ਖਰਾਬੇ ਹੋਏ, ਜੰਗ ਯੁੱਧ ਹੋਏ ਤਾਂ ਇਹ ਬਾਗੀ ਕਾਬੂ ਆਏ ਹਨ। ਕੋਈ ਕਿਸੇ ਦੇਸ਼ ਦਾ ਹੈ, ਕੋਈ ਕਿਸੇ ਇਲਾਕੇ ਦਾ ਹੈ, ਹਿੰਦੁਸਤਾਨ 'ਚ ਫਤੂਰ ਪਾ ਦੇਣਗੇ ਜੇ ਬਾਹਰ ਕੱਢ ਦਿਆਂਗੇ। ਇਹਨਾਂ ਨੂੰ ਤੇ ਅੰਦਰ ਡੱਕ ਕੇ ਰੱਖਣਾ ਜ਼ਰੂਰੀ ਹੈ ਤੇ ਇਹਨਾਂ ਦੇ ਲਈ ਕਾਨੂੰਨ ਇਹ ਬਣਿਆ ਹੈ,
ਇਹਨਾਂ ਦੀ ਤਾਂ ਡੈਡ ਬਾਡੀ ਵੀ ਬਾਹਰ ਨਹੀਂ ਆ ਸਕਦੀ, ਮੁਰਦਾ ਸਰੀਰ ਵੀ ਬਾਹਰ ਨਹੀਂ ਆ ਸਕਦਾ। ਤੁਸੀਂ ਇਹਨਾਂ ਨੂੰ ਨਾ ਕੱਢੋ। ਜਦੋਂ ਮਹਾਰਾਜ ਕਹਿੰਦੇ ਵੀ ਜੇ ਤੂੰ ਇਹਨਾਂ ਨੂੰ ਨਹੀਂ ਕੱਢੇਗਾ ਅਸੀਂ ਵੀ ਨਹੀਂ ਜਾਵਾਂਗੇ, ਤਾਂ ਫਿਰ ਬਾਦਸ਼ਾਹ ਨੇ ਆਖਿਆ ਮਹਾਰਾਜ ਜਿੰਨੇ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆ ਜਾਣ ਉਹਨੇ ਲੈ ਆਓ। ਉਹਦੇ ਵਿੱਚ ਉਹਦੀ ਰਾਜਨੀਤੀ ਸੀ ਵੀ ਰਾਜਪੂਤ ਰਾਜੇ ਬੜੇ ਅਣਖੀ ਹੁੰਦੇ ਐ, ਇਹ ਗੁਰੂ ਦਾ ਪੱਲਾ ਨਹੀਂ ਫੜਨਗੇ। ਤੇ ਮੈਂ ਕਹਿ ਦਿਆਂਗਾ ਵੀ ਦੇਖੋ ਗੁਰੂ ਜੀ ਇਹਦਾ ਤੁਹਾਡਾ ਪੱਲਾ ਫੜਦੇ ਨਹੀਂ ਤੇ ਤੁਸੀਂ ਇਹਨਾਂ ਨੂੰ ਛੁਡਾਉਣ ਨੂੰ ਫਿਰਦੇ ਹੋ। ਏਦਾਂ ਫਿਰ ਇਹ ਰਾਜੇ ਅੰਦਰ ਰਹਿ ਜਾਣਗੇ ਤੇ ਗੁਰੂ ਸਾਹਿਬ ਜੀ ਬਾਹਰ ਆ ਜਾਣਗੇ। ਪਰ ਸਤਿਗੁਰੂ ਜੀ ਦਾ ਇਹ ਜਦੋਂ ਇੱਥੇ ਬਾਦਸ਼ਾਹ ਦਾ ਮੈਸੇਜ ਪਹੁੰਚਿਆ, ਉਹਨਾਂ ਹਿੰਦੂ ਰਾਜਿਆਂ ਨੇ, ਰਾਜਪੂਤ ਰਾਜਿਆਂ ਨੇ ਮੀਟਿੰਗ ਕੀਤੀ, ਵਿਚਾਰ ਕੀਤੀ ਵੀ ਬਾਦਸ਼ਾਹ ਸਾਡੇ ਨਾਲ ਰਾਜਨੀਤੀ ਖੇਡ ਰਿਹਾ ਹੈ। ਜੇ ਕਿਸੇ ਬੰਦੇ ਦਾ ਪੱਲਾ ਫੜਨਾ ਹੋਵੇ ਤੇ ਉਹਦੇ 'ਚ ਸਾਨੂੰ ਸ਼ਰਮ ਆ ਸਕਦੀ ਹੈ, ਫਿਰ ਅਸੀਂ ਨਾ ਫੜੀਏ ਕਿਸੇ ਦਾ ਪੱਲਾ। ਪਰ ਇਹ ਤਾਂ ਸਾਡੇ ਗੁਰੂ ਨੇ, ਪਰਮੇਸ਼ਰ ਦਾ ਰੂਪ ਨੇ, ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਨੇ ਸਤਿਗੁਰੂ, ਤੇ ਇਹਨਾਂ ਦਾ ਪੱਲਾ ਫੜਨ ਸਾਡੀ ਕਾਹਦੀ ਬੇਇੱਜ਼ਤੀ ਹੈ। ਆਪਣੇ ਤੋਂ ਛੋਟੇ ਦਾ ਪੱਲਾ ਨਹੀਂ ਫੜੀਦਾ, ਵੱਡੇ ਦਾ ਤੇ ਫੜ ਲਈਦਾ, ਤੇ ਵੱਡਾ ਵੀ ਇਹ ਪਰਮੇਸ਼ਰ ਹੈ, ਗੁਰੂ ਹੈ ਸਾਡਾ। ਸੋ ਰਾਜਿਆਂ ਨੇ ਮਹਾਰਾਜ ਦੇ ਕੱਲੇ ਚੋਲੇ ਦੀਆਂ 52 ਕਲੀਆਂ ਫੜ ਕੇ ਤੇ ਰਿਹਾਈ ਪ੍ਰਾਪਤ ਕੀਤੀ ਸੀ। ਮਹਾਰਾਜ ਨੇ 52 ਦੇ 52 ਛੁਡਾ ਲਏ ਸੀ। ਸਭ ਰਾਜਪੂਤਨ ਮੈਂ ਬਿਰਤਾਂਤ, ਇਹ ਗੱਲ ਸਾਰੇ ਰਾਜਪੂਤ ਰਾਜਿਆਂ ਵਿੱਚ ਪਸਰ ਗਈ ਸੀ। ਅਬਲੋ ਕਹਿ ਸੁਨ ਹੈ ਬਖਿਆਤ, ਤੇ ਹੁਣ ਤਾਂ ਇਹ ਗੱਲ ਚੱਲੀ ਆਉਂਦੀ ਆ, ਜਿਹੜੇ ਸਿਆਣੇ ਰਾਜਪੂਤ ਨੇ ਆਪਣੇ ਬੱਚਿਆਂ ਨੂੰ ਦੱਸ ਕੇ ਜਾਂਦੇ ਨੇ, ਪੁੱਤਰ ਸਾਨੂੰ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਛੁਡਾਇਆ ਸੀ। ਪੁਰਸ਼ੋਤਮ ਜੇ ਹੈ ਜਗ ਮਾਹੀ, ਤੋ ਜਿਹੜੇ ਉੱਤਮ ਪੁਰਸ਼ ਹਨ, ਮਹਾਂਪੁਰਸ਼ ਹਨ ਦੁਨੀਆ ਵਿੱਚ, ਬਿਨਾਂ ਸੁਨਤ ਹੀ ਬਸ ਹੈ ਜਾਹੀ, ਉਹ ਤਾਂ ਬੇਨਤੀ ਸੁਣ ਕੇ ਹੀ ਪ੍ਰਸੰਨ ਹੋ ਜਾਂਦੇ ਨੇ, ਖੁਸ਼ ਹੋ ਜਾਂਦੇ ਨੇ। ਕੋਈ ਵੀ ਬੰਦਾ ਮਹਾਂਪੁਰਸ਼ਾਂ ਦੇ ਚਰਨਾਂ 'ਚ ਬੇਨਤੀ ਕਰੇ, ਉਹਦੀ ਝਟਪਟ ਬੇਨਤੀ ਮੰਨ ਕੇ ਉਹਦੀ ਬਾਹ ਫੜ ਲੈਂਦੇ ਨੇ, ਉਹਦੇ ਦੁੱਖਾਂ ਨੂੰ ਦੂਰ ਕਰ ਦਿੰਦੇ ਨੇ। ਤਿਮ ਸ਼੍ਰੀ ਸਤਿਗੁਰ ਕੋ ਇਹ ਬੰਸ, ਇਸ ਤਰ੍ਹਾਂ ਹੀ ਇਹ ਗੁਰੂ ਸਾਹਿਬ ਜੀ ਦਾ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਪਰਿਵਾਰ ਹੈ। ਬਾਬਾ ਰਾਮ ਰਾਏ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਹ 6ਵੇਂ ਪਾਤਸ਼ਾਹ ਦੇ ਪੜ ਪੋਤਰੇ ਹਨ। ਕਿਉਂ ਨਾ ਪ੍ਰਸੰਨ ਹੈ ਕਰੇ ਪ੍ਰਸ਼ੰਸ, ਤੇ ਜੇ ਇਹਨਾਂ ਦੀ ਪ੍ਰਸ਼ੰਸਾ ਕਰੀਏ, ਬੇਨਤੀ ਕਰੀਏ, ਪ੍ਰਸੰਨ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਸੱਦ ਲਈਏ। ਆਵਹਿ ਨਹ ਬਿਲਮ ਲਗਾਵਹਿ, ਤੇ ਰਾਜਾ ਜੈ ਸਿੰਘ ਜੀ ਮੈਨੂੰ ਉਮੀਦ ਹੈ ਵੀ ਗੁਰੂ ਸਾਹਿਬ ਸਾਡੀ ਬੇਨਤੀ ਮੰਨ ਕੇ, ਤੁਹਾਡੀ ਬੇਨਤੀ ਮੰਨ ਕੇ ਦਿੱਲੀ ਆ ਜਾਣਗੇ ਤੇ ਦੇਰੀ ਨਹੀਂ ਲਾਣਗੇ। ਕਰ ਸਨਮਾਨ ਜੇ ਆਪ ਬੁਲਾਵਹਿ, ਜੇ ਸਨਮਾਨ ਇੱਜ਼ਤ ਦੇ ਨਾਲ ਬੁਲਾਈਏ ਗੁਰੂ ਸਾਹਿਬ ਜੀ ਨੂੰ, ਤੇ ਗੁਰੂ ਸਾਹਿਬ ਜੀ ਜ਼ਰੂਰ ਤਸ਼ਰੀਫ ਲੈ ਆਉਣਗੇ ਦਿੱਲੀ ਸ਼ਹਿਰ ਵਿੱਚ। ਇਮਜਾ ਸਿੰਘ ਸਵਾਈ ਕਹਿਓ, ਜਦ ਰਾਜੇ ਜੈ ਸਿੰਘ ਨੇ ਇਸ ਤਰ੍ਹਾਂ ਆਖਿਆ, ਸੁਨਿਓ ਸ਼ਾਹ ਮਨ ਨੀਕੇ ਲਹਿਓ, ਗੁਰੂ ਜੀ ਜੇ ਤੁਹਾਡੇ ਬਾਦਸ਼ਾਹ ਸਲਾਮਤ ਜੇ ਤੁਹਾਡੀ ਆ ਗਿਆ ਤੇ ਗੁਰੂ ਜੀ ਨੂੰ ਮੈਂ ਲੈ ਕੇ ਆਵਾਂਗਾ, ਬੁਲਾਵਾਂਗਾ, ਜ਼ਰੂਰ ਆ ਜਾਣਗੇ। ਚਿਤਵਤ ਚਿਤ ਮਹ ਇਸਕੇ ਹਾਥ, ਹਾਂ ਬਾਦਸ਼ਾਹ ਸੋਚਦਾ ਵੀ ਇਹਦੇ ਹੱਥੀਂ ਕੰਮ ਬਣ ਸਕਦਾ, ਇਹਨੂੰ ਭੇਜਦੇ ਆ ਜਾਂ ਆਪਣਾ ਬੰਦਾ ਭੇਜੇ, ਇਹਦੀ ਜ਼ਿੰਮੇਵਾਰੀ ਲਾਉਂਦੇ ਆ, ਕਿਉਂਕਿ ਇਹ ਗੁਰੂ ਘਰ ਦਾ ਬੜਾ ਸ਼ਰਧਾਲੂ ਰਾਜਾ ਸੀਗਾ। ਜਦੋਂ ਮਹਾਰਾਜ 8ਵੇਂ ਪਾਤਸ਼ਾਹ ਜੀ ਦੀ ਸੇਵਾ ਕੀਤੀ, ਸਤਿਗੁਰੂ ਜੀ ਨੇ ਆਪਣੇ ਨਿਤਨੇਮ ਦੀ ਪੋਥੀ ਰਾਜੇ ਨੂੰ ਬਖਸ਼ਿਸ਼ ਕੀਤੀ ਸੀ। ਅੱਜ ਤੱਕ ਉਹਦੇ ਪਰਿਵਾਰ ਦੇ ਵਿੱਚ, ਜੈਪੁਰ ਦੇ ਰਾਜ ਵਿੱਚ, ਗੁਰੂ 8ਵੇਂ ਪਾਤਸ਼ਾਹ ਜੀ ਦੇ ਨਿਤਨੇਮ ਦੀ ਪੋਥੀ ਪਈ ਹੋਈ ਹੈ। ਜਦੋਂ ਬੁੱਢੇ ਦਲ ਨੇ ਸਾਧ ਸੰਗਤ ਜੀ ਰਾਜਸਥਾਨ ਵੱਲ ਚਾਲੇ ਪਾਏ ਸੀਗੇ, ਪੰਜਾਬ ਦੇ ਵਿੱਚ ਉਦੋਂ ਖਾਲਸੇ ਦਾ ਬਹੁਤ ਨੁਕਸਾਨ ਹੋਇਆ ਸੀ, ਘੱਲੂਘਾਰੇ ਹੋਏ ਸੀਗੇ। ਸਿੱਖਾਂ ਨੂੰ ਦੇਖਦਿਆਂ ਹੀ ਗੋਲੀ ਮਾਰ ਦਿੰਦੇ ਸੀ ਤੁਰਕ। ਕੇਸਾਂ ਵਾਲਾ ਕੋਈ ਬੱਚਾ ਬੁੱਢਾ ਨਹੀਂ ਸੀ ਰਹਿੰਦਾ। ਉਦੋਂ ਸਾਰੇ ਸਿੱਖ ਜੰਗਲਾਂ ਨੂੰ, ਪਹਾੜਾਂ ਨੂੰ, ਬੀਆਬਾਨਾਂ ਨੂੰ ਚਲੇ ਗਏ ਸਨ। ਸੋ ਬੁੱਢਾ ਦਲ, ਤਰਨਾ ਦਲ ਜਿਹੜਾ ਖਾਲਸੇ ਦਾ ਦਲ ਸੀ, ਵੱਡੇ ਘੱਲੂਘਾਰੇ ਤੋਂ ਬਾਅਦ ਇਹ ਰਾਜਸਥਾਨ ਵੱਲ, ਬੀਕਾਨੇਰ ਵੱਲ, ਜੈਪੁਰ, ਜੋਧਪੁਰ, ਉਦੈਪੁਰ, ਰਾਜਸਥਾਨ ਦੇ ਉਹ ਡਰ ਗਏ ਵੀ ਐਡਾ ਵੱਡਾ ਖਾਲਸੇ ਨੇ, ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਸੁਲਤਾਨੁਲ ਕੌਮ ਨੇ ਰਾਜੇ ਜੈ ਸਿੰਘ ਦਾ ਸਤਿਕਾਰ ਕੀਤਾ ਸੀ, ਗੁਰੂ ਪੰਥ ਵੱਲੋਂ ਉਹਨੂੰ ਸਰੋਪਾ ਦਿੱਤਾ।
ਤੇ ਜਿਹੜੀ ਪੋਥੀ ਮਹਾਰਾਜ 8ਵੇਂ ਪਾਤਸ਼ਾਹ ਦੇ ਨਿਤਨੇਮ ਦੀ ਸੀ, ਖਾਲਸੇ ਨੇ ਉਹਦੇ ਦਰਸ਼ਨ ਕੀਤੇ ਤੇ ਉਹਨੂੰ ਮੱਥਾ ਟੇਕਿਆ। ਇਸ ਤਰ੍ਹਾਂ ਪ੍ਰੇਮ ਦੇ ਨਾਲ ਜੈਪੁਰ ਦਾ ਰਾਜਾ ਪੰਥ ਨਾਲ ਜੁੜਿਆ ਰਿਹਾ। ਸੋ ਸਾਧ ਸੰਗਤ ਜੀ, ਇਹ ਜਿਹੜਾ ਜੈਪੁਰ ਦਾ ਰਾਜਾ ਸੀ, ਗੁਰੂ ਘਰ ਦਾ ਸ਼ਰਧਾਲੂ ਸੀ। ਔਰੰਗਜ਼ੇਬ ਵੀ ਦੇਖਦਾ ਵੀ ਇਹੀ ਬੁਲਾ ਸਕਦਾ ਗੁਰੂ ਨੂੰ, ਇਹਦੀ ਗੱਲ ਗੁਰੂ ਮੋੜਨਗੇ ਨਹੀਂ। ਕਰਹ ਕਾਰਨ ਬਿਨਤੀ ਸਾਥ, ਇਹ ਬੇਨਤੀ ਕਰੇ ਜੈਪੁਰ ਦਾ ਰਾਜਾ ਜੈ ਸਿੰਘ ਤਾਂ ਮਹਾਰਾਜ 8ਵੇਂ ਪਾਤਸ਼ਾਹ ਜੀ ਦਿੱਲੀ ਆ ਸਕਦੇ ਹਨ। ਜੇਰਸ ਹੋਏ ਤਾਂ ਇਸ ਪਰ ਹੋਏ, ਜੇ ਕਿਤੇ ਕੋਈ ਗੁੱਸਾ ਗਿੱਲਾ ਹੋਣਗੇ ਤੇ ਇਹਦੇ ਤੇ ਹੋਣਗੇ। ਔਰੰਗਜ਼ੇਬ ਕਹਿੰਦਾ ਜੇ ਕੋਈ ਨਾਰਾਜ਼ਗੀ ਹੋਈ ਤੇ ਇਹਦੇ ਨਾਲ ਹੋਵੇਗੀ, ਸ਼ਰਾਪ ਦੇਣਗੇ ਤਾਂ ਇਹਨੂੰ ਦੇਣਗੇ, ਜੇ ਆਉਣਗੇ ਤੇ ਅਸੀਂ ਵੀ ਦਰਸ਼ਨ ਕਰ ਲਵਾਂਗੇ। ਆਪਣੇ ਉੱਤੇ ਨੇ ਔਰੰਗਜ਼ੇਬ ਨੇ ਗੱਲ ਨਹੀਂ ਲਈ, ਰਾਜਾ ਜੈ ਸਿੰਘ ਨੂੰ ਵਿਚੋਲਾ ਬਣਾ ਦਿੱਤਾ ਹੈ। ਜੇ ਪ੍ਰਸੰਨ ਦਰਸਹਿ ਸਭ ਕੋਏ, ਜੇ ਪ੍ਰਸੰਨ ਹੋ ਕੇ ਗੁਰੂ ਸਾਹਿਬ ਆਉਣਗੇ, ਸਾਨੂੰ ਦਿੱਲੀ ਵਾਲਿਆਂ ਨੂੰ, ਹਰ ਇੱਕ ਗਰੀਬ ਅਮੀਰ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ। ਇਮ ਵਿਚਾਰ ਕਰ ਨਾ ਰੰਗ ਭੰਨਿਆ, ਇਸ ਤਰ੍ਹਾਂ ਦੀ ਰਾਜਨੀਤਿਕ ਵਿਚਾਰ ਕਰਕੇ ਔਰੰਗਾ ਬੋਲਿਆ। ਹੋ ਜੈ ਸਿੰਘ ਸਵਾਈ ਸੁਨਿਆ, ਜੈ ਸਿੰਘ ਰਾਜਾ ਤੂੰ ਸੁਣ ਬਈ, ਇਸ ਤਰ੍ਹਾਂ ਕਰ, ਤੂੰ ਆਪ ਜਾ ਜਾਂ ਆਪਣਾ ਕੋਈ ਬੰਦਾ ਪ੍ਰਧਾਨ ਮੰਤਰੀ ਭੇਜ ਕਿ 8ਵੇਂ ਪਾਤਸ਼ਾਹ ਨੂੰ ਬੇਨਤੀ ਕਰੀਏ ਕਿ ਕੀਰਤਪੁਰ ਸਾਹਿਬ ਤੋਂ ਦਿੱਲੀ ਤਸ਼ਰੀਫ ਲੈ ਆਉਣ। ਤੁਹਾਡੇ ਘਰ ਬੰਗਲੇ ਵਿੱਚ ਡੇਰਾ ਲਾ ਲੈਣਗੇ। ਜਿੱਥੇ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ ਹੈ, ਇਹ ਰਾਜੇ ਦਾ ਬੰਗਲਾ ਹੁੰਦਾ ਸੀ। ਤੋ ਇੱਥੇ ਗੁਰੂ ਸਾਹਿਬ ਜੀ ਆ ਜਾਣ। ਅੱਛੀ ਬਾਤ ਕਹੀ ਇਮ ਕਰਹ, ਕਹਿੰਦੇ ਅੱਛੀ ਗੱਲ ਹੈ ਵੀ ਏਦਾਂ ਕਰੀਏ। ਤੁਮਹਿ ਬੁਲਾਵਨ ਉਦਮ ਧਰਹ, ਬਾਦਸ਼ਾਹ ਕਹਿੰਦਾ ਵੀ ਤੂੰ ਬੁਲਾ ਗੁਰੂ ਸਾਹਿਬ ਨੂੰ, ਦਿੱਲੀ ਬੁਲਾਉਣ ਦਾ ਉਦਮ ਕਰ। ਆਪਣਾ ਪਠੀਏ ਨਰ ਪ੍ਰਧਾਨ, ਆਪਣਾ ਕੋਈ ਮੁਖੀ ਪ੍ਰਧਾਨ ਬੰਦਾ ਭੇਜੀਏ, ਜੋ ਲਿਆਵੈ ਬਹੁ ਬਿਨੈ ਬਖਾਨ, ਜੋ ਬੇਨਤੀ ਕਰਕੇ ਗੁਰੂ ਜੀ ਨੂੰ ਲੈ ਆਵੇ ਦਿੱਲੀ ਵਿੱਚ। ਜਿਸ ਤੇ ਰਿਸ ਨਾ ਕਰਹਿ ਸੁਨ ਕੈਸੇ, ਬੜੇ ਪ੍ਰੇਮ ਨਾਲ ਕੋਈ ਸਿਆਣਾ ਬੰਦਾ ਗੱਲ ਕਰੇ ਵੀ ਗੁਰੂ ਜੀ ਕਿਤੇ ਨਾਰਾਜ਼ ਹੋ ਕੇ ਕੋਈ ਸ਼ਰਾਪ ਨਾ ਦੇ ਦੇਣ। ਦਿੱਲੀ ਪੁਰ ਲਗ ਆਨ ਹੈ ਜੈਸੇ, ਬੜੇ ਪ੍ਰੇਮ ਨਾਲ, ਸ਼ਰਧਾ ਨਾਲ, ਚੰਗੇ ਤਰੀਕੇ ਨਾਲ ਖੁਸ਼ ਕਰਕੇ ਲਿਆਵੇ। 8ਵੇਂ ਪਾਤਸ਼ਾਹ ਨੂੰ ਦਿੱਲੀ ਲੈ ਕੇ ਆਵੇ। ਕਰਹੁ ਪਠਾਵਨ ਸਭ ਅਸਵਾਰੀ, ਆਪਣੀਆਂ ਸਵਾਰੀਆਂ, ਪਾਲਕੀਆਂ, ਰੱਥ, ਘੋੜੇ, ਗੜਬੈਲਾਂ ਇੱਥੋਂ ਭੇਜੋ। ਗੁਰੂ ਸਾਹਿਬ ਦੇ ਲਈ ਸਵਾਰੀਆਂ, ਭਾਵੇਂ ਗੁਰੂ ਸਾਹਿਬ ਕੋਲ ਵੀ ਵਧੀਆ ਤੋਂ ਵਧੀਆ ਸਵਾਰੀਆਂ ਹਨ, ਪਰ ਆਪਣਾ ਵੀ ਫਰਜ਼ ਬਣਦਾ ਵੀ ਅਸੀਂ ਉਹਨਾਂ ਨੂੰ ਲੈਣ ਜਾਣਾ ਤੇ ਉਹ ਸਾਡੀਆਂ ਸਵਾਰੀਆਂ ਤੇ ਬਹਿ ਕੇ ਦਿੱਲੀ ਆ ਜਾਣ। ਅਪਰ ਸਕਲ ਬਿਦ ਕੀ ਜਹ ਤਿਆਰੀ, ਤੇ ਉਹਨਾਂ ਦੇ ਸਵਾਗਤ ਦੀ ਤਿਆਰੀ ਕਰੋ। ਜਦੋਂ ਦਿੱਲੀ ਚ ਆਉਣ ਉਹਨਾਂ ਦਾ ਮਾਣ ਸਤਿਕਾਰ ਕਾਇਮ ਰਵੇ, ਕਿਉਂਕਿ ਉਹਨਾਂ ਦਾ ਰੁਤਬਾ ਬਹੁਤ ਵੱਡਾ ਹੈ। ਗੁਰੂ ਨਾਨਕ ਦੀ ਗੱਦੀ ਦੇ ਉਹ ਮਾਲਕ ਹਨ, 8ਵੇਂ ਪਾਤਸ਼ਾਹ ਹਨ। ਇਸ ਕਰਕੇ ਉਹਨਾਂ ਦੀ ਸ਼ਾਨ ਦੇ ਮੁਤਾਬਕ ਹੀ ਉਹਨਾਂ ਦੀ ਇੱਥੇ ਆਓ ਭਗਤ ਹੋਣੀ ਚਾਹੀਦੀ ਹੈ। ਅਬ ਲਾਖਤ ਪਰ ਹੋਏ ਆਰੂੜ, ਇਹ ਛੇਤੀ ਨਾਲ ਤੁਸੀਂ ਬੰਦਾ ਭੇਜੋ ਜਿਹੜਾ ਗੁਰੂ ਸਾਹਿਬ ਨੂੰ ਦਿੱਲੀ ਬੁਲਾਵੇ। ਬਾਲ ਬੈਸ ਜਨ ਆਛਾ ਗੂੜ, ਕਿਉਂਕਿ ਉਹਨਾਂ ਦੀ ਉਮਰ ਬਹੁਤ ਛੋਟੀ ਸੁਣੀ ਹੈ, 5.5 ਸਾਲ ਦੀ ਉਮਰ ਹੈ। ਇਸ ਕਰਕੇ ਉਹਨਾਂ ਨੂੰ ਸਤਿਕਾਰ ਪਿਆਰ ਨਾਲ ਹੀ ਦਿੱਲੀ ਲਿਆਣਾ ਪਵੇਗਾ। ਦੇਹ ਪਠਾਏ ਉਪਾਇਨ ਨਾਨਾ, ਔਰ ਵਧੀਆ ਵਧੀਆ ਤੋਹਫੇ ਭੇਟਾਵਾਂ ਭੇਜੋ। ਪਹਿਲਾਂ ਜਦੋਂ ਉਹਨਾਂ ਨੂੰ ਸੱਦਾ ਭੇਜਣਾ, ਸੱਦਾ ਵੀ ਖਾਲੀ ਨਹੀਂ ਭੇਜਣਾ। ਕੋਈ 5-7 ਘੋੜੇ ਹੋਣ ਚੰਗੇ, ਕੋਈ ਕੱਪੜੇ ਦੇ, ਮਾਇਆ ਦੇ, ਸੋਨੇ ਦੇ ਗਹਿਣੇ, ਇਦਾਂ ਦੀਆਂ ਚੀਜ਼ਾਂ ਚੰਗੀਆਂ ਜਿਹੜੇ ਨਜ਼ਰਾਨੇ ਹਨ ਵਧੀਆ ਕਿਸਮ ਦੇ ਭੇਜੋ, ਤਾਂ ਕਿ ਖੁਸ਼ ਹੋ ਕੇ ਦਿੱਲੀ ਆਉਣ ਲਈ ਮੰਨ ਜਾਣ। ਅਮਰੀ ਦਿਸ਼ ਕੋ ਲਿਖ ਪਰਵਾਨਾ, ਸਾਡੇ ਵੱਲੋਂ ਵੀ ਬੇਨਤੀ ਲਿਖ ਕੇ ਲੈ ਜਾਓ। ਤੇ ਸਾਡੇ ਵੱਲੋਂ ਵੀ ਜੇ ਕੋਈ ਭੇਟਾ ਵਧੀਆ ਚਾਹੀਦੀ ਹੈ ਤਾਂ ਖਜ਼ਾਨੇ ਚੋਂ ਹੀਰੇ ਮੋਤੀ, ਸੋਨਾ ਚਾਂਦੀ, ਘੋੜੇ, ਹਾਥੀ ਜੋ ਚਾਹੀਦਾ ਲੈ ਜਾਓ। ਸਹਿਤ ਪ੍ਰਸੰਨਤਾ ਜਿਮ ਚਲ ਆਵੈ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਖੁਸ਼ੀ ਖੁਸ਼ੀ ਦਿੱਲੀ ਆ ਜਾਣ। ਤਿਮ ਕਰੀ ਇਹ ਪੁਨ ਦਰਸ਼ਨ ਪਾਵੈ, ਫਿਰ ਉਹਨਾਂ ਦੇ ਦਰਸ਼ਨ ਸਾਨੂੰ ਵੀ ਹੋ ਜਾਣਗੇ। ਤੁਸੀਂ ਇੱਕ ਵਾਰੀ ਉਹਨਾਂ ਨੂੰ ਦਿੱਲੀ ਬੁਲਾਓ ਬਹੁ ਸਨਮਾਨ ਸਾਥ ਅਨਵਾਵ, ਤੇ ਬੜੇ ਸਨਮਾਨ, ਬੜੀ ਇੱਜ਼ਤ ਦੇ ਨਾਲ ਬੁਲਾਓ। ਰਚਰ ਉਪਾਇਨ ਪ੍ਰਥਮ ਪਠਾਵਾ, ਔਰ ਵਧੀਆ ਵਧੀਆ ਪ੍ਰੇਮ ਭੇਟਾਵਾਂ ਭੇਜੋ ਮਹਾਰਾਜ ਦੇ ਕੋਲ। ਨਿਜ ਦਿਸ਼ ਤੇ ਬਹੁ ਬਿਨਤੀ ਲਿਖੀਆ ਹੈ, ਮੇਰੇ ਵੱਲੋਂ ਵੀ ਤੇ ਆਪਣੇ ਵੱਲੋਂ ਬੇਨਤੀਆਂ ਲਿਖ ਕੇ ਭੇਜੋ। ਆਪ ਆਏ ਦਿੱਲੀ ਪਰ ਲਿਖੀਆ ਹੈ, ਤੇ ਗੁਰੂ ਜੀ ਆਪ ਦਿੱਲੀ ਆਓ। ਦਿੱਲੀ ਹਿੰਦੁਸਤਾਨ ਦਾ ਦਿਲ ਹੈ, ਰਾਜਧਾਨੀ ਹੈ।
ਇੱਥੇ ਆ ਕੇ ਦਿੱਲੀ ਦੀ ਸੈਰ ਕਰੋ, ਦਿੱਲੀ ਚਰਨ ਪਾਓ ਆਪਣੇ। सब संगत को दर्शन तक ਸਾਰੀ ਸੰਗਤ ਨੂੰ ਦਰਸ਼ਨ ਦਿਓ ਆ ਕੇ ਗੁਰੂ ਜੀ। हम हो मोद उपजावन कहक ਸਾਨੂੰ ਖੁਸ਼ੀਆਂ ਹੋਣਗੀਆਂ ਜੇ ਤੁਸੀਂ ਦਿੱਲੀ ਆ ਕੇ ਆਪਣੇ ਮੁਕੱਦਸ ਦਰਸ਼ਨ ਬਖਸ਼ੋਗੇ। करहो सनाथ दास मोहि जानह ਮਹਾਰਾਜ ਸਾਨੂੰ ਆਪਣਾ ਦਾਸ ਜਾਣੋ ਤੇ ਸਨਾਥ ਕਰ ਦਿਓ, ਭਾਵ ਅਸੀਂ ਅਨਾਥ ਹਾਂ, ਤੁਹਾਡੇ ਦਰਸ਼ਨਾਂ ਨਾਲ ਅਸੀਂ ਸਨਾਥ ਹੋਵਾਂਗੇ। ਏਦਾਂ ਦੀ ਬੇਨਤੀ ਲਿਖ ਕੇ ਭੇਜੋ। इत्यादि लिख बहुत मठानह ਇਸ ਤਰ੍ਹਾਂ ਲਿਖ ਕੇ ਭੇਜੋ। ਸੋ ਸਾਧ ਸੰਗਤ ਜੀ, ਇਹ ਬਾਦਸ਼ਾਹ ਵੱਲੋਂ ਹੁਕਮ ਹੋ ਗਿਆ। ਰਾਜਾ ਜੈ ਸਿੰਘ ਨੇ ਕਿਸ ਤਰ੍ਹਾਂ ਚਿੱਠੀ ਲਿਖੀ ਤੇ ਕਿਵੇਂ ਸਤਿਗੁਰੂ ਜੀ ਨੂੰ ਸੱਦਿਆ, ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦਨਿਓ, ਹੇ ਸਮਰਾਥੇ ਕੰਮ ਪੂਰਨ ਮੋਏ ਮੈਂ ਧਾਰ, ਅੰਧਕੂਪ ਮਹਾ ਪਿਆਰ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਦਿਆਲ, ਦੇਖ ਖਰਾਰ ਮਨ ਬਸਤੋ